ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਆਪ ਜੀ ਇਸ ਸਵੇਰ ਦੀ ਆਨਲਾਈਨ ਗੁਰਮਤਿ ਕਲਾਸ ਵਿੱਚ ਜੁੜ ਚੁੱਕੇ ਹੋ। ਅੱਜ ਦੀ ਕਲਾਸ ਵਿਸ਼ੇਸ਼ ਹੈ ਕਿਉਂਕਿ ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਦਿਹਾੜਾ ਬੰਦੀ ਛੋੜ ਦਿਵਸ ਹੈ, ਜੋ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ, ਸਤਿਗੁਰਾਂ ਦੀ ਰਹਿਮਤ ਸਦਕਾ ਸਾਰੇ ਹੀ ਇਸ ਦਿਨ ਨੂੰ ਬੜੇ ਉਤਸ਼ਾਹ ਤੇ ਭਾਵਨਾ ਨਾਲ ਮਨਾਉਂਦੇ ਆ। ਸੋ ਆਪਾਂ ਅੱਜ ਇਸ ਕਲਾਸ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਕਰਨੀ ਹੈ। ਸਤਿਗੁਰਾਂ ਨੂੰ ਬੰਦੀ ਛੋੜ ਦਾਤਾ ਕਿਉਂ ਕਿਹਾ ਜਾਂਦਾ ਹੈ? ਗੁਰੂ ਵਿੱਚ ਕਿੰਨੀ ਕੁ ਕਰਾਮਾਤ ਹੈ ਕਿ ਗੁਰੂ ਜਿਹੜਾ ਹੈ ਬੰਧਨਾਂ ਤੋਂ ਦੂਰ ਕਰ ਦਿੰਦਾ ਹੈ ਮਨੁੱਖ ਨੂੰ। ਇਸ ਗੱਲ ਨੂੰ ਆਪਾਂ ਅੱਜ ਦੀ ਇਸ ਵਿਸ਼ੇਸ਼ ਕਲਾਸ ਦੇ ਵਿੱਚ ਵਿਚਾਰਨਾ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜ ਚੁੱਕੇ ਹੋ, ਸਭ ਦਾ ਧੰਨਵਾਦ। ਆਓ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੀਏ ਤੇ ਆਪਾਂ ਇਸ ਕਲਾਸ ਦੀ ਆਰੰਭਤਾ ਕਰੀਏ। ਸੋ ਆਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਇੱਕ ਵਾਰ ਫਿਰ ਸਾਂਝ ਬਣਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਜੋ ਤਿਉਹਾਰ ਹੈ ਇਹ ਭਾਰਤ ਵਰਸ਼ ਦੇ ਅੰਦਰ ਬੜੇ ਹੀ ਪਿਆਰ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਹ ਜਿਹੜਾ ਤਿਉਹਾਰ ਹੈ ਰੌਸ਼ਨੀਆਂ ਦਾ ਤਿਉਹਾਰ ਹੈ। ਹਰ ਕੋਈ ਬੜੇ ਹੀ ਭਾਵਨਾ ਦੇ ਨਾਲ ਭਾਰਤ ਦੇ ਵਿੱਚ ਇਸ ਤਿਉਹਾਰ ਨੂੰ ਮਨਾਉਂਦਾ ਹੈ। ਇਸ ਕਰਕੇ ਸਾਧ ਸੰਗਤ ਸਿੱਖਾਂ ਦੇ ਅੰਦਰ ਵੀ ਇਸ ਤਿਉਹਾਰ ਨੂੰ ਲੈ ਕੇ ਇੱਕ ਵੱਖਰਾ ਹੀ ਉਤਸ਼ਾਹ ਹੁੰਦਾ ਹੈ। ਉਤਸ਼ਾਹ ਇਸ ਕਰਕੇ ਹੁੰਦਾ ਹੈ ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਦਿਨਾਂ ਦੇ ਵਿੱਚ ਜੋ 52 ਰਾਜੇ ਕੈਦ ਸਨ ਗਵਾਲੀਅਰ ਦੀ ਧਰਤੀ ਦੇ ਉੱਤੇ, ਉਸ ਕਿਲੇ ਦੇ ਵਿੱਚ, ਉਸ ਬੰਦੀ ਖਾਨੇ ਦੇ ਵਿੱਚ ਸਤਿਗੁਰਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਰਿਹਾ ਕਰਵਾਇਆ। ਤੇ ਸਤਿਗੁਰੂ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਅਤੇ ਸਿੱਖਾਂ ਨੇ ਉਸ ਸਮੇਂ ਦੀਪਮਾਲਾ ਕੀਤੀ, ਜਿਸ ਕਰਕੇ ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਹੜਾ ਤਿਉਹਾਰ ਹੈ ਸਿੱਖਾਂ ਦੇ ਵਿੱਚ ਮਨਾਇਆ ਜਾਂਦਾ ਹੈ। ਸੋ ਕੀ ਇਤਿਹਾਸ ਹੈ, ਉਸ ਤੋਂ ਪਹਿਲਾਂ ਸਾਧ ਸੰਗਤ ਆਪਾਂ ਥੋੜ੍ਹਾ ਜਿਹਾ ਦੀਵਾਲੀ ਦੇ ਉੱਤੇ ਗੱਲ ਕਰ ਲਈਏ, ਕਿਉਂਕਿ ਦੀਵਾਲੀ ਵੀ ਹਿੰਦੂ ਧਰਮ ਦੇ ਅੰਦਰ ਮਨਾਈ ਜਾਂਦੀ ਹੈ ਕਿ ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਫਿਰ ਉਸ ਤੋਂ ਬਾਅਦ ਜਦੋਂ ਅਯੁੱਧਿਆ ਪਹੁੰਚਦੇ ਆ ਤੇ ਉਸ ਸਮੇਂ ਜਿਹੜੀ ਹੈ ਇਹ ਦੀਵਾਲੀ ਮਨਾਈ ਜਾਂਦੀ ਹੈ। ਤੇ ਬੜੇ ਵੱਡੇ ਪੱਧਰ ਦੇ ਉੱਤੇ ਹਿੰਦੂਆਂ ਦਾ ਇਹ ਤਿਉਹਾਰ ਹੈ, ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਾਰੇ ਮਨਾਉਂਦੇ। ਘਰਾਂ 'ਚ ਦੀਪਮਾਲਾ ਹੁੰਦੀ ਹੈ, ਲక్ష్ਮੀ ਪੂਜਾ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੋ ਹੈ ਦੀਵਾਲੀ ਦਾ ਤਿਉਹਾਰ ਇਸ ਭਾਰਤ ਵਰਸ਼ ਦੇ ਅੰਦਰ ਮਨਾਇਆ ਜਾਂਦਾ ਹੈ। ਆਪਾਂ ਦੋਵੇਂ ਗੱਲਾਂ ਨਾਲ ਨਾਲ ਲੈ ਕੇ ਚੱਲਣੀਆਂ ਹੈ, ਦੀਵਾਲੀ ਬਾਰੇ ਵੀ ਗੱਲ ਕਰਨੀ ਹੈ ਤੇ ਨਾਲ ਨਾਲ ਆਪਾਂ ਬੰਦੀ ਛੋੜ ਦਿਵਸ ਬਾਰੇ ਵੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਦੀਵਾਲੀ ਦੀ ਗੱਲ ਜੇ ਆਪਾਂ ਕਰੀਏ ਤੇ ਇਹ ਸਿੱਖ ਧਰਮ ਦੇ ਵਿੱਚ ਦੀਵਾਲੀ ਜਿਹੜੀ ਹੈ ਉਹਨੂੰ ਆਪਾਂ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਮਨਾਉਂਦੇ ਹਾਂ। ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਇੱਕ ਬੜੀ ਸੁੰਦਰ ਪੌੜੀ ਹੈ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਅਸਲ ਦੇ ਵਿੱਚ ਅਸੀਂ ਭੁਲੇਖੇ ਦੇ ਨਾਲ ਇਸ ਗੱਲ ਨੂੰ ਜੋੜ ਲੈਂਦੇ ਹਾਂ ਕਿ ਸ਼ਾਇਦ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ ਕਿ ਦੀਵਾਲੀ ਦੀ ਰਾਤ ਨੂੰ ਜਿਹੜਾ ਉਹ ਦੀਵੇ ਬਾਲਣੇ ਚਾਹੀਦੇ। ਪਰ ਜਦੋਂ ਅਸੀਂ ਇਸ ਪੌੜੀ ਨੂੰ ਧਿਆਨ ਦੇ ਨਾਲ ਪੜ੍ਹਾਂਗੇ ਤੇ ਸਾਨੂੰ ਇਹ ਗੱਲ ਕਲੀਅਰ ਹੁੰਦੀ ਹੈ ਕਿ ਕਿਹੜੇ ਦੀਵੇ ਬਾਲਣ ਦੀ ਗੱਲ ਭਾਈ ਗੁਰਦਾਸ ਜੀ ਕਰ ਰਹੇ ਹਨ, ਕੀ ਗੱਲ ਆਪਣੀ ਪੌੜੀ ਦੇ ਅੰਦਰ ਕਰਦੇ ਆ। ਮੈਂ ਇੱਕ ਵਾਰੀ ਤੁਹਾਨੂੰ ਉਹ ਸਕਰੀਨ ਸ਼ੇਅਰ ਕਰ ਦੇਵਾਂ ਤਾਂ ਕਿ ਆਪਾਂ ਕਲਾਸ ਜਿਹੜੀ ਹੈ ਉਸ ਢੰਗ ਦੇ ਨਾਲ ਲਾ ਸਕੀਏ, ਆਪਾਂ ਨੂੰ ਅਰਥ ਵੀ ਚੰਗੀ ਤਰ੍ਹਾਂ ਕਲੀਅਰ ਹੋ ਜਾਣ ਤੇ ਕਿ ਕਿਵੇਂ ਭਾਈ ਗੁਰਦਾਸ ਜੀ ਇਹਦੇ ਵਿੱਚ ਦੱਸਦੇ ਆ, ਕੀ ਉਪਦੇਸ਼ ਹੈ ਭਾਈ ਗੁਰਦਾਸ ਜੀ ਨੇ ਦਿੱਤਾ, ਕੀ ਗੁਰੂ ਉਪਦੇਸ਼ ਹੈ, ਉਹਦੇ ਬਾਰੇ ਆਪਾਂ ਵਿਸਥਾਰ ਸਹਿਤ ਜਿਹੜੀ ਚਰਚਾ ਕਰ ਚਲੀਏ। ਸੋ ਸਾਧ ਸੰਗਤ, ਦੀਵਾਲੀ ਦਾ ਤਿਉਹਾਰ ਜਿਹੜਾ ਹੈ ਭਾਵੇਂ ਕਿ ਹਿੰਦੂ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਭਾਈ ਗੁਰਦਾਸ ਜੀ ਨੇ ਆਪਣੇ ਇੱਕ ਬਿੱਤ ਦੇ ਵਿੱਚ ਗੱਲ ਲਿਖੀ ਹੈ ਜੋ ਆਪ ਜੀ ਦੀ ਸਕਰੀਨ ਉੱਤੇ ਦਾਸ ਨੇ ਸ਼ੇਅਰ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਜ਼ਿਆਦਾਤਰ ਰਾਗੀ ਸਿੰਘ ਸ਼ਬਦ ਪੜ੍ਹਦੇ ਆ ਤੇ ਆਪਾਂ ਪੜ੍ਹਦੇ ਹਾਂ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਹਰ ਚੰਦੌਰੀ ਝਾਤ ਵਸਾਏ ਉਚਾਲੀਆਂ,
ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆਂ। ਅਖੀਰਲੀ ਪੰਕਤੀ ਜਿਹੜੀ ਹੈ ਨਾ, ਉਹਨੂੰ ਆਪਾਂ ਥੋੜਾ ਜਿਹਾ ਵਿਚਾਰਨਾ ਹੈ ਕਿ ਭਾਈ ਗੁਰਦਾਸ ਜੀ ਅਸਲ 'ਚ ਕਹਿਣਾ ਕੀ ਚਾਹੁੰਦੇ ਆ। ਭਾਈ ਗੁਰਦਾਸ ਜੀ ਦਾ ਕੀ ਮਨੋਰਥ ਹੈ, ਸਮਝਾਇਆ ਕੀ ਹੈ। ਭਾਈ ਗੁਰਦਾਸ ਜੀ ਨੇ ਪਹਿਲੀ ਪੰਕਤੀ 'ਚ ਗਿਆ, ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਨੇ, ਕਿ ਜਦੋਂ ਦੀਵਾਲੀ ਦੀ ਰਾਤ ਹੁੰਦੀ ਹੈ ਤੇ ਸੰਸਾਰ ਦੇ ਲੋਕ ਜਿੰਨੇ ਵੀ ਆ ਉਹ ਰਾਤ ਨੂੰ ਦੀਵੇ ਬਾਲ ਦਿੰਦੇ ਆ। ਫਿਰ ਤਾਰੇ ਜਾਤ ਸਨਾਤ ਅੰਬਰ ਪਾਲੀਆਂ ਨੇ, ਕਹਿੰਦੇ ਜਦੋਂ ਰਾਤ ਪੈਂਦੀ ਹੈ ਉਦੋਂ ਅੰਬਰ ਦੇ ਉੱਤੇ ਭਾਵ ਆਸਮਾਨ ਦੇ ਵਿੱਚ ਜਿਹੜੇ ਆ ਤਾਰੇ ਉਹ ਚਮਕਦੇ ਆ। ਫੁੱਲਾਂ ਦੀ ਬਾਗਾਤ ਚੁਣ ਚੁਣ ਚੱਲਦੀਆਂ ਨੇ। ਫਿਰ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜੇ ਕਿਸੇ ਬਾਗ ਦੇ ਵਿੱਚ ਫੁੱਲ ਖਿੜੇ ਹੋਣ, ਉਹ ਬੜੇ ਸੋਹਣੇ ਲੱਗਦੇ, ਖਿੜੇ ਹੋਏ ਫੁੱਲ ਚੁਣ ਚੁਣ ਚੱਲਦੀਆਂ ਨੇ। ਕਹਿੰਦੇ ਇਸੇ ਤਰ੍ਹਾਂ ਚੁਣ ਚੁਣ ਕੇ ਬੜੇ ਸੋਹਣੇ ਲੱਗਦੇ, ਚੱਲਦੀਆਂ ਚਲੇ ਜਾਂਦੇ ਆ। ਤੀਰਥ ਜਾਤੀ ਜਾਤ ਨੈਣ ਨਿਹਾਲੀਆਂ ਨੇ, ਕਹਿੰਦੇ ਇਸੇ ਤਰ੍ਹਾਂ ਤੀਰਥੀ ਕੋਈ ਹੋਵੇ, ਤੀਰਥ ਯਾਤਰੀ ਹੋਵੇ, ਉਹ ਤੀਰਥ ਦੇ ਉੱਤੇ ਸਦਾ ਨਹੀਂ ਟਿਕਦਾ, ਆਉਂਦਾ ਹੈ ਤੇ ਚਲਾ ਜਾਂਦਾ ਹੈ। ਹਰ ਚੰਦੌਰੀ ਝਾਤ ਵਸਾਈ ਵਿਚਾਲੇ ਨੇ। ਹਰ ਚੰਦੌਰੀ ਦੀ ਗੱਲ ਆਪਾਂ ਕੀਤੀ ਸੀ ਪਿਛਲੀਆਂ ਕਲਾਸਾਂ ਦੇ ਵਿੱਚ ਕਿ ਰਾਜਾ ਹਰੀਸ਼ ਚੰਦਰ ਦੇ ਨਾਲ ਸੰਬੰਧ ਰੱਖਦੀ ਹਰ ਚੰਦੌਰੀ। ਇੱਕ ਜਿਹੜਾ ਹੈ ਮਹਿਲ ਮੰਨਿਆ ਗਿਆ ਹੈ, ਇੱਕ ਜਗ੍ਹਾ ਮੰਨੀ ਗਈ ਜਿਹੜੀ ਹਵਾ ਦੇ ਵਿੱਚ ਹੈ। ਉਹ ਕੁਝ ਸਮੇਂ ਲਈ ਝਾਤ ਆਉਂਦੀ ਹੈ, ਕੁਝ ਸਮੇਂ ਲਈ ਦਿਖਦੀ ਹੈ, ਫਿਰ ਉਸ ਤੋਂ ਬਾਅਦ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਕਹਿੰਦੇ ਕਿ ਦੀਵਾਲੀ ਦੀ ਰਾਤ ਲੋਕ ਦੀਵੇ ਬਾਲਦੇ ਆ, ਤੇ ਜਦੋਂ ਲੋਕ ਦੀਵੇ ਬਾਲਦੇ ਆ ਤੇ ਉਹ ਕੁਝ ਸਮੇਂ ਲਈ ਬਲਦੇ ਫਿਰ ਬੁੱਝ ਜਾਂਦੇ। ਦੀਵਾਲੀ ਦੀ ਰਾਤ ਦੀਵੇ ਬਾਲੇ ਹਨ, ਜਦੋਂ ਰਾਤ ਨੂੰ ਲੋਕ ਦੀਵੇ ਬਾਲਦੇ ਆ ਤੇ ਉਹ ਬੁੱਝ ਜਾਂਦੇ ਆ। ਇਸੇ ਤਰ੍ਹਾਂ ਅੰਬਰ ਦੇ ਵਿੱਚ ਰਾਤ ਨੂੰ ਤਾਰੇ ਚਮਕਦੇ ਆ, ਪਰ ਉਹ ਥੋੜ੍ਹੀ ਚਿਰ ਆ, ਕਿਉਂਕਿ ਉਹ ਖਤਮ ਹੋ ਜਾਂਦੇ ਜਦੋਂ ਦਿਨ ਚੜ੍ਹਦਾ। ਇਸੇ ਤਰ੍ਹਾਂ ਕਹਿੰਦੇ ਕਿਸੇ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਕਿਸੇ ਬਾਗ ਦੇ ਵਿੱਚ ਫੁੱਲ ਖਿੜੇ ਹੋਣ ਬੜੇ ਸੋਹਣੇ ਲੱਗਦੇ ਆ, ਪਰ ਉਹ ਵੀ ਥੋੜ੍ਹਾ ਚਿਰ ਖਿੜਦੇ ਆ, ਫਿਰ ਉਸ ਤੋਂ ਬਾਅਦ ਉਹ ਜਿਹੜੇ ਫੁੱਲ ਆ ਮੁਰਝਾ ਜਾਂਦੇ ਆ ਤੇ ਝੜ ਜਾਂਦੇ ਆ। ਇਸੇ ਤਰ੍ਹਾਂ ਕਹਿੰਦੇ ਕੋਈ ਤੀਰਥ ਯਾਤਰੀ ਹੋਵੇ, ਉਹ ਤੀਰਥ ਤੇ ਪੱਕਾ ਨਹੀਂ ਰਹਿ ਲੈਂਦਾ। ਤੀਰਥ ਤੇ ਜੋ ਕੋਈ ਵੀ ਜਾਂਦਾ ਹੈ ਤੇ ਉੱਥੋਂ ਵਾਪਸ ਆ ਜਾਂਦਾ ਹੈ, ਉੱਥੇ ਪੱਕਾ ਨਹੀਂ ਠਹਿਰਦਾ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਨੇ। ਕਹਿੰਦੇ ਹਰ ਚੰਦੌਰੀ ਜਿਹੜੀ ਹੈ ਨਾ, ਉਹ ਇੱਕ ਨਗਰ ਜਿਹੜਾ ਮੰਨਿਆ ਗਿਆ। ਇਸੇ ਤਰ੍ਹਾਂ ਮਨੁੱਖ ਦੀ ਸੁਰਤ ਜਿਹੜੀ ਮਾਇਆ 'ਚ ਲੱਗੀ ਰਹਿੰਦੀ ਆ, ਥੋੜ੍ਹ ਚਿਰਾ ਸੁੱਖ ਹੈ ਸਾਰਾ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਭਾਵ ਥੋੜ੍ਹ ਚਿਰਾ ਹੈ। ਤਾਰੇ ਵੀ ਥੋੜ੍ਹੇ ਚਿਰੇ ਹਨ, ਦਿਨ ਚੜ੍ਹਦਾ ਹੈ ਤੇ ਛਿਪ ਜਾਂਦੇ ਆ। ਫੁੱਲ ਵੀ ਥੋੜ੍ਹੇ ਚਿਰੇ ਲਈ ਖਿੜਦੇ ਆ ਤੇ ਫਿਰ ਝੜ ਜਾਂਦੇ ਆ। ਤੀਰਥਾਂ 'ਤੇ ਯਾਤਰੀ ਜਾਂਦੇ, ਥੋੜ੍ਹੇ ਸਮੇਂ ਲਈ ਜਾਂਦੇ, ਇਸ਼ਨਾਨ ਕਰਕੇ ਤੇ ਉੱਥੋਂ ਵਾਪਸ ਆ ਜਾਂਦੇ ਆ। ਹਰ ਚੰਦੌਰੀ 'ਚ ਸਮਾਨ ਮਾਇਆ ਹੈ, ਜਿਹੜੀ ਮਾਇਆ ਖਤਮ ਹੋ ਜਾਂਦੀ ਹੈ। ਜਿਵੇਂ ਹਰ ਚੰਦੌਰੀ ਥੋੜ੍ਹਾ ਚਿਰ ਦਿਖਦੀ ਹੈ ਫਿਰ ਛਿਪ ਜਾਂਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਸੰਸਾਰ ਦੇ ਸੁੱਖ, ਸੰਸਾਰ ਦੇ ਕਾਰ ਵਿਹਾਰ, ਇਹਨਾਂ ਦੀ ਨਿਆਈਅਤ ਥੋੜ੍ਹੇ ਚਿਰੇ ਹਨ। ਮਾਇਆ ਦੇ ਸੁੱਖ ਥੋੜ੍ਹੇ ਚਿਰੇ ਹਨ, ਇਹ ਸਦਾ ਨਹੀਂ ਰਹਿਣ ਵਾਲੇ। ਪਰ ਗੁਰਮੁਖ ਸੁੱਖ ਫਲ ਦਾਤ ਸ਼ਬਦ ਸਮਾਲੀਆਂ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜਿਨ੍ਹਾਂ ਨੇ ਗੁਰੂ ਵੱਲ ਨੂੰ ਮੁੱਖ ਕਰ ਲਿਆ, ਗੁਰਮੁਖ ਸੁੱਖ ਫਲ ਦਾਤ, ਉਹਨਾਂ ਨੂੰ ਸੁੱਖਾਂ ਦੇ ਫਲ ਦਾਤ ਦੀ ਪ੍ਰਾਪਤੀ ਹੋ ਗਈ। ਸ਼ਬਦ ਸੰਭਾਲੀਆਂ ਨੇ, ਜਿਨ੍ਹਾਂ ਨੇ ਸ਼ਬਦ ਦੀ ਸੰਭਾਲਣਾ ਕੀਤੀ, ਜਿਨ੍ਹਾਂ ਨੇ ਬਾਣੀ ਪੜ੍ਹੀ, ਜਿਨ੍ਹਾਂ ਨੇ ਬੰਦਗੀ ਕੀਤੀ, ਉਹਨਾਂ ਦੇ ਅੰਦਰ ਸੁੱਖ ਫਲ ਦਾਤ, ਉਹ ਸਦੀਵੀ ਸੁੱਖ ਦੇ ਵਿੱਚ ਸ਼ਾਮਲ ਹੋ ਗਏ। ਉਹ ਸਦਾ ਵਾਸਤੇ ਉਹਨਾਂ ਦਾ ਸੁੱਖ ਜਿਹੜਾ ਅੰਦਰ ਪੈਦਾ ਹੋ ਗਿਆ। ਇਹ ਨਹੀਂ ਕਿ ਰਾਤ ਨੂੰ ਦੀਵੇ ਬਾਲੇ ਦੇ ਬੁਝ ਗਏ, ਤਾਰੇ ਅੰਬਰ 'ਚ ਚੜ੍ਹੇ ਰਾਤ ਨੂੰ ਤੇ ਸਵੇਰੇ ਛੁਪ ਗਏ, ਫੁੱਲ ਜਿਹੜੇ ਖਿੜੇ ਬਾਗ 'ਚ ਬਾਅਦ 'ਚ ਖਤਮ ਹੋ ਗਏ, ਤੇ ਯਾਤਰੀ ਆਇਆ ਤੀਰਥ ਨਹਾ ਕੇ ਚਲਾ ਗਿਆ। ਹਰ ਚੰਦੌਰੀ ਜਿਹੜੀ ਥੋੜ੍ਹੇ ਸਮੇਂ ਲਈ ਦਿਖਦੀ ਆ। ਕਹਿੰਦੇ ਪਰ ਜਿਹੜੇ ਗੁਰਮੁਖ ਹੁੰਦੇ ਆ, ਉਹ ਸੁੱਖ ਪਾਉਂਦੇ ਆ, ਐਸਾ ਸੁੱਖ ਪਾਉਂਦੇ ਆ, ਕਹਿੰਦੇ ਕਿ ਉਹ ਫਿਰ ਸ਼ਬਦ ਨੂੰ ਸੰਭਾਲਦੇ ਆ, ਸ਼ਬਦ ਨੂੰ ਗਾਉਂਦੇ ਆ, ਬਾਣੀ ਪੜ੍ਹਦੇ ਆ, ਬੰਦਗੀ ਕਰਦੇ, ਸਿਮਰਨ ਕਰਦੇ ਆ, ਤੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਪਵਿੱਤਰ ਹੁੰਦਾ ਹੈ। ਇਹ ਗੱਲ ਭਾਈ ਗੁਰਦਾਸ ਜੀ ਨੇ ਜਿਹੜੀ ਹੈ ਇਸ ਪੌੜੀ ਦੇ ਅੰਦਰ ਦੱਸੀ ਹੈ। ਕਿਉਂਕਿ ਇਹ ਪੌੜੀ ਜ਼ਿਆਦਾਤਰ ਪੜ੍ਹੀ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ, ਮੈਂ ਤਾਂ ਇਹਦਾ ਵਿਚਾਰ ਕੀਤੀ ਆ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸਲ 'ਚ ਭਾਈ ਗੁਰਦਾਸ ਜੀ ਨੇ ਕਹਿਣਾ ਕੀ ਚਾਹਿਆ ਇਸ ਪੌੜੀ ਦੇ ਅੰਦਰ, ਕਿ ਥੋੜ੍ਹੇ ਚਿਰਾ ਸੁੱਖ ਹੈ ਸੰਸਾਰ ਦਾ ਸੁੱਖ, ਪਰ ਪਰਮੇਸ਼ਰ ਦੇ ਨਾਮ ਦਾ ਸੁੱਖ ਜਿਹੜਾ ਉਹ ਸਦੀਵੀ ਹੈ। ਇਸ ਕਰਕੇ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ 'ਚ ਲਿਵ ਲਾਉਂਦਾ ਹੈ, ਵਾਹਿਗੁਰੂ ਨੂੰ ਸਿਮਰਦਾ ਹੈ, ਤੇ ਉਹਦੇ ਜੀਵਨ ਦੇ ਅੰਦਰ ਚਾਨਣਾ ਹੁੰਦਾ ਹੈ, ਉਹਦੇ ਜੀਵਨ ਦੇ ਅੰਦਰ ਸੁੱਖ ਆਉਂਦੇ ਆ, ਉਹ ਸ਼ਬਦ ਨੂੰ ਸੰਭਾਲਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਗੁਰਬਾਣੀ 'ਚ ਵੀ ਗੱਲ ਕਹੀ ਹੈ ਵਾਰ-ਵਾਰ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਪੁੰਨ ਚਾਨਣੋ ਸੋਖਿਆ ਦੁੱਖਾ ਜਮ ਸੇ ਮੇਲ। ਮਹਾਰਾਜ ਕਹਿੰਦੇ ਮੇਰਾ ਨਾਮ ਹੀ ਦੀਵਾ ਹੋ ਗਿਆ, ਜਿਹਦੇ ਵਿੱਚ ਮੈਂ ਦੁੱਖ ਪਾ ਲਿਆ, ਤੇ ਜਦੋਂ ਇਹ ਦੀਵਾ ਬਲਿਆ ਤੇ ਦੁੱਖ ਰੂਪੀ ਜਿਹੜਾ ਉਹ ਜੰਮ ਜਿਹੜੇ ਉਹ ਵੀ ਖਤਮ ਹੋ ਗਏ, ਤੇ ਦੁੱਖ ਵੀ ਜਿਹੜਾ ਸਾਰਾ ਸੜ ਗਿਆ। ਜਿਹੜਾ ਤੇਲ ਦੀ ਨਿਆਈ ਦੁੱਖ ਹੈ ਵਿੱਚ ਉਹ ਸੜੀ ਜਾਂਦਾ। ਜਿਵੇਂ ਦੀਵੇ ਦੇ ਵਿੱਚ ਤੇਲ ਪਾ ਦਈਏ, ਵੱਟੀ ਨੂੰ ਅੱਗ ਲਾ ਦਈਏ, ਸਾਰੀ ਰਾਤ ਦੀਵਾ ਬਲਦਾ ਰਹਿੰਦਾ,
ਤੇ ਉਹ ਸੜ ਜਾਂਦਾ ਸਾਰਾ ਤੇਲ। ਇਸੇ ਤਰ੍ਹਾਂ ਮਾਰੇ ਕਹਿੰਦੇ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਜਿਵੇਂ ਦੀਵੇ ਦੇ ਵਿੱਚ ਦੁੱਖ ਪਾਉਣਾ ਹੈ ਮੈਂ, ਨਾਮ ਰੂਪੀ ਦੀਵੇ ਦੇ ਵਿੱਚ, ਤੇ ਜਦੋਂ ਇਹ ਬਲਦਾ ਹੈ, ਨਾਮ ਲਟ ਲਟ ਬਲਦਾ, ਤੇ ਉਹਦੇ ਵਿੱਚੋਂ ਦੁੱਖ ਜਿਹੜੇ ਸੜਦੇ ਜਾਂਦੇ। ਇਸੇ ਤਰ੍ਹਾਂ ਭਾਈ ਗੁਰਸਿੱਖੋ ਆਪਣੇ ਜੀਵਨ ਦੇ ਵਿੱਚ ਨਾਮ ਨੂੰ, ਬੰਦਗੀ ਨੂੰ ਐਸਾ ਦੀਵਾ ਬਣਾਓ ਕਿ ਤੁਹਾਨੂੰ ਜਿਹੜਾ ਹੈ ਚਾਨਣ ਪ੍ਰਾਪਤ ਹੋਵੇ। ਸਤਿਗੁਰਾਂ ਨੇ ਗੁਰਬਾਣੀ 'ਚ ਹੋਰ ਵੀ ਕਿਹਾ ਨਾ, ਸਤਿਗੁਰੂ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਟਲੀ ਖੁੱਲੀ ਅਨੂਪਾ। ਮਾਰੇ ਕਹਿੰਦੇ ਰਤਨਾਂ ਵਰਗੀ ਕੋਠੜੀ ਖੁੱਲ ਜਾਂਦੀ ਹੈ, ਚਾਨਣ ਹੋ ਜਾਂਦਾ ਹੈ ਹਿਰਦੇ ਰੂਪੀ ਘਰ ਦੇ ਵਿੱਚ ਜਦੋਂ ਗੁਰੂ ਰੂਪੀ ਦੀਵਾ ਬਲਦਾ। ਸਤਿਗੁਰੂ ਸ਼ਬਦ ਦਾ ਦੀਵਾ ਜਦੋਂ ਮਨੁੱਖ ਅੰਦਰ ਬਾਲਦਾ ਹੈ, ਬੰਦਗੀ ਕਰਦਾ, ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਜਦੋਂ ਉਹਦੇ ਅੰਦਰ ਚਾਨਣ ਹੋ ਜਾਂਦਾ ਹੈ ਤੇ ਫਿਰ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤੇ ਫਿਰ ਉਹਦੇ ਅੰਦਰੋਂ ਜਿਹੜੇ ਰਤਨ ਜਵੇਰਾ ਵਰਗਾ ਨਾਮ ਉਹ ਨਿਕਲਦਾ ਹੈ, ਉਹ ਪ੍ਰਾਪਤੀ ਹੁੰਦੀ ਹੈ ਅੰਦਰੋਂ। ਇਸੇ ਤਰ੍ਹਾਂ ਸਤਿਗੁਰਾਂ ਨੇ ਹੋਰ ਵੀ ਜਗ੍ਹਾ ਜਗ੍ਹਾ ਤੇ ਕਿਹਾ ਹੈ ਕਿ ਨਾਮ ਤੇਰੋ ਆਰਤੀ, ਨਾਮ ਤੇਰੋ ਤੇਲ ਨੇ ਮਾਹੇ ਪਸਾਰੇ। ਵਾਹਿਗੁਰੂ ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਨੇ ਮਾਹੇ ਪਸਾਰੇ। ਕਿ ਨਾਮ ਹੀ ਤੇਰਾ ਮੇਰੇ ਵਾਸਤੇ ਤੇਲ ਹੈ, ਨਾਮ ਹੀ ਤੇਰਾ ਮੇਰੇ ਵਾਸਤੇ ਬੱਤੀ ਹੈ, ਤੇ ਨਾਮ ਹੀ ਮੇਰੇ ਵਾਸਤੇ ਸਾਰਾ ਕੁਝ ਹੈ। ਇਹਦੇ ਵਿੱਚ ਜਿਹੜਾ ਪਰਮੇਸ਼ਰ ਦਾ ਨਾਮ ਹੀ ਸਾਰਾ ਕੁਝ ਹੈ, ਜਿਹਨੂੰ ਜਪ ਕੇ ਤੇ ਮੈਂ ਆਪਣੇ ਦੁੱਖ ਕੱਟਦਾ। ਵਾਰ-ਵਾਰ ਸਤਿਗੁਰਾਂ ਨੇ ਜ਼ਿਕਰ ਕੀਤਾ। ਇਸੇ ਕਰਕੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਤਰੀ ਇੱਕ ਨਾਮ ਭਰਮ, ਪ੍ਰਗਟ ਸਗਲ ਹਰ ਭਵਨ ਮੈਂ ਜਾਂ ਨਾਨਕ ਗੁਰ ਪਾਰ ਕਰ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਵਾ ਰੂਪ ਹੋ ਕਰਕੇ ਸੰਸਾਰ ਤੇ ਆਏ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਮਾਰੇ ਗੁਰੂ ਤੇਰੇ ਤਰ੍ਹਾਂ ਦੇ ਹੁੰਦੇ ਆ? ਆਪਾਂ ਪਿਛਲੀ ਕਲਾਸ 'ਚ ਵਿਚਾਰਿਆ ਸੀ, ਜਦੋਂ ਸਿੱਖਾਂ ਦੀ ਭਗਤਮਾਲਾ ਵਿਚਾਰੀ ਸੀ ਉਦੋਂ ਆਪਾਂ ਵਿਚਾਰਿਆ ਸੀ, ਤੇ ਸਤਿਗੁਰਾਂ ਨੇ ਜ਼ਿਕਰ ਕੀਤਾ ਸੀ ਕਿ 4 ਤਰ੍ਹਾਂ ਦੇ ਗੁਰੂ ਹੁੰਦੇ ਆ, ਭਰਿੰਗੀ ਗੁਰੂ, ਬਾਵਨ ਚੰਦਰ ਗੁਰੂ। ਫਿਰ ਸਤਿਗੁਰਾਂ ਨੇ ਅਖੀਰ ਤੇ ਕਿਹਾ ਸੀ ਕਿ ਚੌਥਾ ਗੁਰੂ ਜਿਹੜਾ ਦੀਪਕ ਗੁਰੂ ਹੁੰਦਾ। ਸਤਿਗੁਰਾਂ ਨੇ ਕਿਹਾ ਸੀ ਦੀਪਕ ਗੁਰੂ ਹੁੰਦਾ ਜਿਹੜੇ ਤੋਂ ਇੱਕ ਦੀਵਾ ਬਲਦਾ ਹੈ ਤੇ ਉਹ ਤੋਂ ਹਜ਼ਾਰਾਂ ਹੀ ਦੀਵੇ ਬਲ ਜਾਂਦੇ। ਇਸੇ ਤਰ੍ਹਾਂ ਜਿਹੜਾ ਸੱਚਾ ਗੁਰੂ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ਗੁਰੂ ਹਨ, ਜਿਨ੍ਹਾਂ ਤੋਂ ਕਈ ਸਿੱਖ ਜਿਹੜੇ ਉਹ ਜਗ ਕੇ ਸੰਸਾਰ ਦੇ ਵਿੱਚ ਉੱਚੀਆਂ ਪਦਵੀਆਂ ਤੇ ਪਹੁੰਚ ਜਾਂਦੇ, ਉਹਨਾਂ ਨੂੰ ਕੋਈ ਕਠਿਨਾਈ ਨਹੀਂ ਹੁੰਦੀ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਇਸੇ ਤਰ੍ਹਾਂ ਸਤਿਗੁਰਾਂ ਨੇ ਇਹ ਗੁਰਬਾਣੀ ਦੇ ਅੰਦਰ ਦੱਸਿਆ। ਸੋ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਇਸ ਬੰਦੀ ਛੋੜ ਦਿਵਸ ਦੇ ਬਾਰੇ ਆਪਾਂ ਜਿਹੜੀ ਗੱਲ ਕਰਨੀ ਹੈ ਕਿ ਕੀ ਸੰਬੰਧ ਹੈ, ਕਿਵੇਂ ਸਤਿਗੁਰਾਂ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ। ਸਮਾਂ ਸਾਧ ਸੰਗਤ ਜਦੋਂ ਸਤਿਗੁਰੂ 1606 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਹੈ ਨਾ ਉਹ ਸ਼ਹੀਦੀ ਹੋ ਜਾਂਦੀ ਹੈ। ਜਹਾਂਗੀਰ ਤਤੀ ਤਵੀ ਤੇ ਬਿਠਾ ਕੇ ਜਿਹੜਾ ਹੈ ਸਤਿਗੁਰਾਂ ਨੂੰ ਕਤਲ ਕਰ ਦਿੰਦਾ। ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਪ੍ਰਾਣਾ ਜੀ ਪਾਸੋਂ ਸੁਣਦੇ ਆ ਸਤਿਗੁਰਾਂ ਦਾ ਸਾਰਾ ਵਾਰਤਾ ਸੁਣ ਕੇ ਮਾਰੇ ਕਹਿੰਦੇ ਆ ਕਿ ਜੇ ਮੈਂ ਇਸ ਜ਼ੁਲਮ ਦਾ ਨਾਸ਼ ਨਾ ਕੀਤਾ ਤੇ ਜਿੰਨੇ ਤਰ੍ਹਾਂ ਦੇ ਪਾਪ ਮੈਨੂੰ ਵਿਆਪ ਜਾਣ। ਫਿਰ ਸਤਿਗੁਰਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 2 ਤਲਵਾਰਾਂ ਪਈਆਂ ਨੇ, ਮੀਰੀ ਅਤੇ ਪੀਰੀ ਦੀ, ਜੋ ਸਾਨੂੰ ਬੜਾ ਇਤਿਹਾਸ ਚੰਗੀ ਤਰ੍ਹਾਂ ਪਤਾ ਹੈ। ਮੀਰੀ ਪੀਰੀ ਦੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ 2 ਕਿਰਪਾਨਾਂ ਪਹਿਨੀਆਂ, ਜਿਹਦੇ ਨਾਲ ਸਤਿਗੁਰਾਂ ਨੇ ਮੀਰੀ ਦੀ ਮੀਰੀ ਖਿੱਚ ਲਈ ਤੇ ਪੀਰੀ ਦੀ ਪੀਰੀ ਖਿੱਚ ਲਈ। ਇੱਥੋਂ ਤੱਕ ਢਾਡੀਆਂ ਨੇ ਕਹਿ ਦਿੱਤਾ, ਪੱਗ ਤੇਰੀ ਕੀ ਜਹਾਂਗੀਰ ਦੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਸਾਹਮਣੇ ਕੀ ਜਹਾਂਗੀਰ ਦੀ ਪੱਗ ਰੀਸ ਕਰੇਗੀ। ਜਿੰਨੀ ਉੱਚੀ ਪਗੜੀ ਤੁਹਾਡੀ ਹੈ, ਜਿੰਨਾ ਤੁਹਾਡਾ ਇੰਨੇ ਸੰਸਾਰ ਦੇ ਵਿੱਚ ਤੁਹਾਡਾ ਜਿੰਨਾ ਪ੍ਰਤਾਪ ਹੈ, ਜਹਾਂਗੀਰ ਦਾ ਵੀ ਉਹਨਾਂ ਪ੍ਰਤਾਪ ਨਹੀਂ ਹੈਗਾ। ਇੱਥੋਂ ਤੱਕ ਜਦੋਂ ਗੱਲਾਂ ਜਿਹੜੀਆਂ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰਾਂ ਪਹਿਨੀਆਂ, ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਹੈ, ਸਿੱਖਾਂ ਨੂੰ ਇੱਕ ਸੰਸਥਾਬੱਧ ਢੰਗ ਦੇ ਨਾਲ ਜਿਹੜਾ ਪ੍ਰਗਟ ਕੀਤਾ ਮਹਾਰਾਜ ਨੇ। ਗੁਰੂ ਹਰਗੋਬਿੰਦ ਸਾਹਿਬ ਇੱਕ ਸੰਸਥਾ ਬਣਾਈ ਮਹਾਰਾਜ ਨੇ, ਅਕਾਲ ਤਖਤ ਸਾਹਿਬ। ਅੱਜ ਵੀ ਸਾਧ ਸੰਗਤ ਦੇਖੋ, ਸੰਸਾਰ ਦੇ ਉੱਤੇ ਜਿੰਨੇ ਵੀ ਧਰਮ ਆ ਨਾ, ਉਹਨਾਂ ਦਾ ਕੋਈ ਸੰਸਥਾਪਨ ਜਿਹੜਾ ਹੈ ਨਾ, ਸੰਸਥਾ ਵਾਲਾ ਢੰਗ ਉਹ ਨਹੀਂ ਕੋਈ ਹੈਗਾ। ਇਸੇ ਕਰਕੇ ਉਹ ਆਪਸ 'ਚ ਥੋੜ੍ਹਾ ਜਿਹਾ ਵਿਖਰੇਵਾ ਰੱਖਦੇ। ਪਰ ਚਲੋ ਸਾਡੇ ਵਿੱਚ ਵੀ ਬੜੇ ਵਖਰੇਵੇਂ, ਅਸੀਂ ਵੀ ਆਪਸ ਵਿੱਚ ਲੜਦੇ ਰਹਿੰਦੇ ਹਾਂ, ਬੜਾ ਕੁਝ ਹੈ। ਕੋਈ ਕਿਸੇ ਤਰ੍ਹਾਂ ਦੇ ਨਾਂ 'ਤੇ ਲੜਦਾ, ਕੋਈ ਕਿਸੇ ਤਰ੍ਹਾਂ ਦੇ ਵਿਚਾਰ ਜਦੋਂ ਆਪਸ ਨਹੀਂ ਸਹਿਮਤ ਹੁੰਦੇ ਅਸੀਂ ਲੜਦੇ ਰਹਿੰਦੇ। ਪਰ ਫਿਰ ਵੀ ਸਾਧ ਸੰਗਤ ਜਦੋਂ ਸੰਸਾਰ 'ਤੇ ਕਿਤੇ ਕਿਸੇ ਸਿੱਖ ਨੂੰ ਕੋਈ ਦਿੱਕਤ ਪੈਂਦੀ ਆ, ਕੋਈ ਗੱਲ ਹੁੰਦੀ ਆ, ਜਿਵੇਂ ਬੜੀਆਂ ਗੱਲਾਂ ਆਉਂਦੀਆਂ ਕਿਸੇ ਵੇਲੇ ਕਿਸੇ ਸਿੱਖ ਦੀ ਪਗੜੀ ਉਤਾਰ ਦਿੱਤੀ ਜਾਂ ਕੋਈ ਕੁੱਟਮਾਰ ਦਾ ਕੋਈ ਕੇਸ ਹੁੰਦਾ, ਤੇ ਸਾਰੇ ਸਿੱਖਾਂ ਦੇ ਜਿਹੜੇ ਹਿਰਦੇ ਵਲੂੰਧਰੇ ਜਾਂਦੇ। ਉਹ ਕਿਉਂ ਵਲੂੰਧਰੇ ਜਾਂਦੇ ਆ? ਕਿਉਂਕਿ ਸਾਡੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਿੱਤਾ ਹੋਇਆ ਇੱਕ ਜਥੇਬੱਧ ਢੰਗ ਹੈ। ਅਸੀਂ ਇੱਕ ਜਥੇਬੰਦੀ ਹਾਂ ਸਾਰੇ ਜਿੰਨੇ ਵੀ ਆ, ਭਾਵੇਂ ਕੋਈ ਮਿਸ਼ਰਨੀ ਹੈ, ਭਾਵੇਂ ਕੋਈ ਟਕਸਾਲੀ ਹੈ, ਭਾਵੇਂ ਕੋਈ ਵੀ ਅਖੰਡ ਕੀਰਤਨੀਆ ਹੈ, ਕਿਸੇ ਵੀ ਸੰਤਾਂ ਦੇ ਨਾਲ ਰੱਬ ਸੰਬੰਧ ਰੱਖਦਾ ਹੋਵੇ, ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਖੇਤੀ ਹੈ ਨਾ, ਇਹਦੇ ਫੁੱਲ ਹਨ ਸਾਰੇ ਅਸੀਂ।
ਤੇ ਜਦੋਂ ਕਿਤੇ ਵੀ ਕਿਸੇ ਵੀ ਸਿੱਖ ਦੇ ਉੱਤੇ ਕੋਈ ਬਿਪਤਾ ਪੈਂਦੀ ਆ ਤੇ ਅਸੀਂ ਇਹ ਨਹੀਂ ਵੇਖਦੇ ਕਿ ਇਹ ਕਿਹਦੇ ਨਾਲ ਸੰਬੰਧ ਰੱਖਦਾ, ਕੋਈ ਟਕਸਾਲੀ ਹੈ ਜਾਂ ਕੋਈ ਕਿਸ ਤਰ੍ਹਾਂ ਦਾ, ਨਹੀਂ। ਕਿਉਂਕਿ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਥੇਬੰਦ ਕੀਤਾ, ਤੇ ਜਦੋਂ ਜਥੇਬੰਦ ਕੀਤਾ ਮਹਾਰਾਜ ਨੇ ਆਪ 2 ਤਲਵਾਰਾਂ ਪਹਿਨੀਆਂ, ਅਕਾਲ ਤਖਤ ਸਾਹਿਬ ਤੇ ਬੈਠ ਕੇ ਮਹਾਰਾਜ ਨੇ ਸਿੱਖਾਂ ਦੇ ਫੈਸਲੇ ਕਰਨੇ ਆਰੰਭ ਕੀਤੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਆਸਾ ਦੀ ਵਾਰ ਦਾ ਕੀਰਤਨ ਹੋਣ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਹੁੰਦੇ ਆਣ ਕੇ ਅਕਾਲ ਤਖਤ ਸਾਹਿਬ ਤੇ। ਫਿਰ ਸਿੱਖ ਆਉਂਦੇ ਆ, ਗਰੀਬ ਆਉਂਦੇ ਆ, ਸਾਰੇ ਆਉਂਦੇ ਆ, ਆਪਣੇ ਆਪਣੇ ਮੱਤ ਰੱਖਦੇ ਆ। ਸਤਿਗੁਰੂ ਉਹਨਾਂ ਨਾਲ ਵਿਚਾਰਾਂ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿਚਾਰਾਂ ਕਰਦੇ ਆ, ਉਹਨਾਂ ਦੀਆਂ ਸੁਣਦੇ ਆ। ਫਿਰ ਮਹਾਰਾਜ ਆਪ ਫੈਸਲੇ ਸੁਣਾਉਂਦੇ ਆ, ਕਈ ਤਰ੍ਹਾਂ ਦੀਆਂ ਲੜਾਈਆਂ ਝਗੜਾਂ ਦੇ ਫੈਸਲੇ ਕਰਦੇ ਮਹਾਰਾਜ। ਇਸੇ ਤਰ੍ਹਾਂ ਸਮਾਂ ਬੀਤਦਾ ਸਾਧ ਸੰਗਤ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਇਹ ਉਪਦੇਸ਼ ਕਿਹਾ ਸੀ, ਇਹ ਹੁਕਮ ਕੀਤਾ ਸੀ ਕਿ ਹੁਣ ਸਮਾਂ ਜਿਹੜਾ ਉਹ ਨਹੀਂ ਰਹਿ ਗਿਆ। ਭਾਈ ਸਿੱਖੋ, ਹੁਣ ਜਿੰਨੇ ਵੀ ਸਾਡੇ ਵਾਸਤੇ ਆਉਣਾ ਹੈ, ਕਿਸੇ ਤਰ੍ਹਾਂ ਦੀ ਕੋਈ ਸੇਲੀ ਟੋਪੀ ਲੈ ਕੇ ਨਾ ਆਇਓ। ਜਿੰਨੇ ਵੀ ਆਉਣਾ ਸਾਡੇ ਵਾਸਤੇ ਚੰਗੇ ਤੋਂ ਚੰਗਾ ਸ਼ਸਤਰ ਲੈ ਕੇ ਆਵੇ, ਸਾਡੇ ਵਾਸਤੇ ਘੋੜੇ ਲੈ ਕੇ ਆਵੇ। ਤੇ ਜੇ ਕਿਸੇ ਨੇ ਆਉਣਾ, ਕੋਈ ਨੌਜਵਾਨ ਸਾਡੀ ਸੇਵਾ 'ਚ ਆਉਣਾ ਚਾਹੁੰਦਾ, ਤੇ ਉਹ ਜੀ ਸੱਦ ਕੇ ਆਵੇ, ਅਸੀਂ ਇਹਨੂੰ ਆਪਣੀ ਸੈਨਾ 'ਚ ਸ਼ਾਮਲ ਕਰਾਂਗੇ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਉਪਦੇਸ਼ ਦਿੱਤਾ ਸਿੱਖਾਂ ਨੂੰ। ਤੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਅਰਬ 'ਚੋਂ ਚੰਗੇ ਚੰਗੇ ਘੋੜੇ ਲਿਆ ਕੇ ਸਤਿਗੁਰਾਂ ਨੂੰ ਭੇਟਾ ਕਰਦੇ ਸੀ। ਇਸੇ ਤਰ੍ਹਾਂ ਸਮਾਂ ਬੀਤਿਆ ਹੈ। ਪਹਿਲੀ ਜੰਗ ਜਹਾਂਗੀਰ ਦੇ ਨਾਲ ਹੋਈ ਹੈ। ਇਸ ਜੰਗ ਦਾ ਕਾਰਨ ਆਪ ਜੀ ਨੂੰ ਪਤਾ ਹੈ ਕਿ ਕਿਵੇਂ 2 ਬਾਜ ਉੱਡੇ, ਤੇ ਸਤਿਗੁਰਾਂ ਦੇ ਬਾਜ ਨੇ ਦੂਸਰੇ ਬਾਜ ਨੂੰ ਇੱਧਰ ਲੈ ਆਂਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੜਾ ਸੁੰਦਰ ਬਾਜ ਸੀ, ਉਹ ਜੋ ਜਹਾਂਗੀਰ ਦਾ ਸੀ। ਸਤਿਗੁਰਾਂ ਦੀ ਸ਼ਰਨ 'ਚ ਆਇਆ, ਮਹਾਰਾਜ ਨੇ ਉਹ ਬਾਜ ਨੂੰ ਆਪਣੇ ਕੋਲ ਰੱਖ ਲਿਆ। ਜਦੋਂ ਜਹਾਂਗੀਰ ਵਾਪਸ ਮੁੜਿਆ, ਸ਼ਾਮਾਂ ਪੈ ਗਈਆਂ ਸੀ, ਇਹਨੇ ਆਪਣੇ ਮੀਰਾ ਵਜ਼ੀਰਾਂ ਨੂੰ ਕਿਹਾ, ਚਲੋ ਤੁਸੀਂ ਜਿਹੜਾ ਸੀ ਉਹ ਬਾਜ ਨੂੰ ਲੈ ਆਓ ਫੜ ਕੇ। ਤੇ ਇਹ ਜਦੋਂ ਲੈਣ ਆਏ, ਇਹਨਾਂ ਨੇ ਆ ਕੇ ਦਬਕਾ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਕੇ। ਤੇ ਨੇੜੇ ਬਾਬਾ ਬਿਧੀ ਚੰਦ ਖਲੋਤੇ ਆ। ਬਾਬਾ ਬਿਧੀ ਚੰਦ ਕਹਿੰਦੇ, ਮਹਾਰਾਜ ਜੇ ਆਖੋ ਤੇ ਇਹਨਾਂ ਦੇ ਸਿਰ ਕਲਮ ਕਰਦਾ, ਸਿਰ ਲਾ ਦਿਆਂ ਇਹਨਾਂ ਦੇ। ਮਹਾਰਾਜ ਕਹਿੰਦੇ, ਨਹੀਂ ਨਹੀਂ ਬਿਧੀ ਚੰਦ, ਕੋਈ ਨਹੀਂ, ਰੁਕ ਜਾ। ਤੇ ਸਤਿਗੁਰਾਂ ਨੇ ਫਿਰ ਉਸ ਸਮੇਂ ਵੀਰ ਰਸ 'ਚ ਆ ਕੇ ਗੱਪ ਸ਼ਬਦ ਕਹੇ ਸੀ, ਕਹਿੰਦੇ ਕਿ ਤੁਹਾਡਾ ਬਾਜ ਨਹੀਂ ਹੈ, ਇਹ ਹੁਣ ਸਾਡਾ ਬਾਜ ਹੋ ਗਿਆ। ਤੇ ਜਦੋਂ ਇਹ ਬਾਜ ਆਪ ਸਾਡੀ ਸ਼ਰਨ ਵਿੱਚ ਆਇਆ, ਤੇ ਅਸੀਂ ਕਿਵੇਂ ਤੁਹਾਨੂੰ ਦੇ ਦਈਏ। ਤੇ ਜੇ ਤੁਹਾਡੇ ਵਿੱਚ ਹਿੰਮਤ ਹੈਗੀ ਆ, ਜਹਾਂਗੀਰ ਨੂੰ ਮਹਾਰਾਜ ਨੇ ਲਲਕਾਰ ਕੇ ਕਿਹਾ ਸੀ ਕਿ ਉਹ ਪੀਰੋ ਵਜ਼ੀਰੋ, ਤੁਸੀਂ ਜਹਾਂਗੀਰ ਦੀ ਗੱਲ ਕਰਦੇ ਹੋ, ਚੁੱਪ ਕਰਕੇ ਚਲੇ ਜਾਓ ਲਾਹੌਰ ਨੂੰ, ਜੇ ਤੁਹਾਡੇ ਕੋਲ ਜਾਇਆ ਜਾਂਦਾ, ਨਹੀਂ ਤੇ ਇੱਥੇ ਤੁਹਾਨੂੰ ਮਾਰ ਕੇ ਦੱਬ ਦਿਆਂਗੇ, ਤੁਹਾਡਾ ਕੋਈ ਪਤਾ ਨਹੀਂ ਲੱਗਣਾ। ਤੇ ਜੇ ਤੁਹਾਡੇ ਜਾ ਕੇ ਇੱਕ ਗੱਲ ਦੱਸ ਦਿਓ ਜਹਾਂਗੀਰ ਨੂੰ, ਜੇ ਉਹਦੇ ਵਿੱਚ ਹਿੰਮਤ ਹੈਗੀ ਆ ਤੇ ਸਾਡੇ ਕੋਲੋਂ ਬਾਜ ਲੈ ਜੇ, ਤੇ ਜੇ ਨਹੀਂ ਹਿੰਮਤ ਹੈਗੀ ਚੁੱਪ ਕਰਕੇ ਬੈਠਾ ਰਹੇ। ਤੇ ਫਿਰ ਪਹਿਲੀ ਜੰਗ ਜਿਹੜੀ ਸੀ ਉਹ ਇੱਥੋਂ ਦੀ ਹੋਈ, ਜਿੱਥੇ ਕਈ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਫਿਰ ਸਤਿਗੁਰਾਂ ਨੇ ਇੱਥੇ ਇਸ ਜੰਗ ਨੂੰ ਜਿੱਤ ਪ੍ਰਾਪਤ ਕੀਤੀ। ਸੋ ਇਸੇ ਤਰ੍ਹਾਂ ਸਮਾਂ ਬੀਤਿਆ, ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਤਿਸ਼ਠਾ ਜਿਹੜੀ ਹੈ, ਪ੍ਰਭਤਾ ਜਿਹੜੀ ਹੈ, ਉਹ ਸਾਰੇ ਪਾਸੇ ਬੜੀ ਫੈਲ ਚੁੱਕੀ ਹੈ। ਇਹਦੇ ਕੋਲ ਕਈ ਕੰਨ ਖੋਰੇ, ਜਿਹੜੇ ਕੰਨ ਭਰਨ ਵਾਲੇ ਹੁੰਦੇ ਆ, ਜਿਵੇਂ ਹੋਰ ਸਨ ਜਿੰਨੇ ਵੀ ਮਿਹਰਬਾਨ ਆਦਿਕ ਜਿੰਨੇ ਵੀ ਇਹਨਾਂ ਦੀਆਂ ਔਲਾਦਾਂ ਸਨ, ਇਹਨਾਂ ਨੇ ਕੰਨ ਭਰੇ ਆ ਜਹਾਂਗੀਰ ਦੇ, ਕਿ ਜਹਾਂਗੀਰ ਜਿਹੜਾ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਦਾ ਪੁੱਤਰ ਆ ਨਾ, ਉਹਨੇ ਤੇਰੇ ਇੱਕ ਦਿਨ ਰਾਜ ਦੇ ਉੱਤੇ ਕਬਜ਼ਾ ਕਰ ਲੈਣਾ। ਉਹਦੇ ਤੇ ਢਾਡੀ ਵੀ ਗਾਉਂਦੇ ਆ, ਉਹਦੇ ਤੇ ਢਾਡੀ ਵੀ ਇਹ ਗੱਲ ਕਹਿੰਦੇ ਆ ਕਿ ਪੱਗ ਤੇਰੀ ਕੀ ਜਹਾਂਗੀਰ ਦੀ, ਤੇ ਤੈਨੂੰ ਟਿਚਰਾ ਕਰਦੇ ਉਹਨਾਂ ਦੇ ਢਾਡੀ ਵੀ, ਤੇ ਤੂੰ ਉਹਦਾ ਕੁਝ ਕਰ ਲਾ, ਨਹੀਂ ਤੇ ਤੇਰਾ ਬੜਾ ਸਰਵਨਾਸ਼ ਹੋਣਾ ਹੈ। ਜਹਾਂਗੀਰ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ ਹੈ। ਧੋਖੇ ਦੇ ਨਾਲ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਬੁਲਾਇਆ, ਧੋਖੇ ਦੇ ਨਾਲ, ਕਿ ਤੁਸੀਂ ਮੈਨੂੰ ਆ ਕੇ ਮਿਲੋ ਦਿੱਲੀ, ਮੈਂ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ। ਧੰਨ ਗੁਰੂ ਵਾਹਿਗੁਰੂ, ਆਗਰੇ ਬੁਲਾਇਆ ਸੀ, ਮਾਫ ਕਰਨਾ, ਆਗਰੇ ਬੁਲਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੱਥੋਂ ਤੁਰੇ ਆ ਅੰਮ੍ਰਿਤਸਰ ਦੀ ਧਰਤੀ ਤੋਂ, ਮਹਾਰਾਜ ਨੂੰ ਪਤਾ ਹੈ ਸਾਰੀ ਗੱਲ ਦਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਆਪਣੇ ਪਰਿਵਾਰ ਨੂੰ ਮਿਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਦੀਆਂ ਸਿੱਖਾਂ ਦੀਆਂ ਡਿਊਟੀਆਂ ਲਾਤੀਆਂ, ਵੀ ਕਿੰਨੇ ਕਥਾ ਕਰਨੀ ਹੈ, ਕਿੰਨੇ ਵਿਚਾਰ ਕਰਨੀ, ਕਿਹੜਾ ਸਿੱਖ ਕੀਰਤਨ ਕਰਿਆ ਕਰੇਗਾ। ਸਤਿਗੁਰਾਂ ਨੇ ਸਾਰਿਆਂ ਦੀਆਂ ਜਿਹੜੀਆਂ ਡਿਊਟੀਆਂ ਲਗਾ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਚੱਲ ਪਏ ਆ। ਤੇ ਮਾਤਾ ਦਮੋਦਰੀ ਜੀ ਕਹਿੰਦੇ ਆ ਕਿ ਕੀ ਹੋ ਗਿਆ ਸਤਿਗੁਰਾਂ ਨੂੰ, ਅੱਗੇ ਵੀ ਬਾਹਰ ਅੰਦਰ ਜਾਂਦੇ, ਅੱਗੇ ਤੇ ਇਸ ਤਰ੍ਹਾਂ ਨਹੀਂ ਕਰਦੇ, ਡਿਊਟੀਆਂ ਨਹੀਂ ਲਾ ਕੇ ਜਾਂਦੇ ਸਿੱਖਾਂ ਦੀਆਂ, ਪਤਾ ਨਹੀਂ ਕੀ ਗੱਲ ਹੋ ਗਈ। ਪਰ ਜਾਣੀ ਜਾਣ ਸਤਿਗੁਰਾਂ ਨੂੰ ਪਤਾ ਸੀ ਕਿ ਸਮਾਂ ਜਿਹੜਾ ਉਹ ਬਣਨ ਵਾਲਾ। ਸਾਧ ਸੰਗਤ ਦੇਖੋ, ਉਹਨਾਂ ਰਾਜਿਆਂ ਦੀ ਵੀ ਕਿੰਨੀ ਅਰਦਾਸ ਹੋਵੇਗੀ ਜਿਹੜੇ ਉੱਥੇ ਪੀੜੇ ਜਾ ਰਹੇ ਸੀ ਉਸ ਬੰਦੀ ਕਿਲੇ ਦੇ ਅੰਦਰ, ਗਵਾਲੀਅਰ ਦੇ ਕਿਲੇ ਦੇ ਅੰਦਰ, ਉਹਨਾਂ ਦੀਆਂ ਅਰਦਾਸਾਂ ਵੀ ਤੇ ਮਹਾਰਾਜ ਕੋਲ ਪੁੱਜਦੀਆਂ ਸਨ, ਕਿਉਂਕਿ ਸਤਿਗੁਰੂ ਬੰਦੀ ਛੋੜ ਹੈ। ਇਸੇ ਤਰ੍ਹਾਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਦੇ ਤੇ ਦਿੱਲੀ ਪਹੁੰਚਦੇ ਆ। ਜਾਣਾ ਆਗਰੇ ਆ, ਜਦੋਂ ਦਿੱਲੀ ਪਹੁੰਚਦੇ ਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਗ੍ਰਿਫਤਾਰ ਕਰਕੇ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਜਾਂਦਾ।
ਤੇ ਸਾਧ ਸੰਗਤ ਮੈਂ ਇੱਥੇ ਆਪ ਜੀ ਨੇ ਧਿਆਨ ਦੇਣਾ ਕਿ ਜਦੋਂ ਸਤਿਗੁਰੂ ਲਾਹੌਰ ਤੋਂ ਜੋ ਅੰਮ੍ਰਿਤਸਰ ਤੋਂ ਚੱਲਦੇ ਦੇ ਨੇੜੇ ਲਾਹੌਰ ਹੈ, ਲਾਹੌਰ ਦੇ ਵਿੱਚ ਵੀ ਇੱਕ ਬੰਦੀਖਾਨਾ ਹੈ, ਇੱਥੇ ਵੀ ਇੱਕ ਜੇਲ੍ਹ ਹੈ। ਫਿਰ ਸਰਹੰਦ ਦੇ ਵਿੱਚ ਵੀ ਇੱਕ ਜੇਲ੍ਹ ਹੈ। ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਜੇਲ੍ਹ ਹੈ। ਫਿਰ ਉਸ ਤੋਂ ਬਾਅਦ ਆਗਰੇ ਦੇ ਵਿੱਚ ਵੀ ਜੇਲ੍ਹ ਹੈ। ਪਰ ਸਤਿਗੁਰਾਂ ਨੂੰ ਗਵਾਲੀਅਰ ਹੀ ਕਿਉਂ ਕੈਦ ਕੀਤਾ ਗਿਆ? ਇਹਦਾ ਇੱਕ ਬੜਾ ਵੱਡਾ ਕਾਰਨ ਹੈ ਸਾਧ ਸੰਗਤ, ਕਿਉਂਕਿ ਇਹ ਗੱਲ ਮੰਨੀ ਜਾਂਦੀ ਸੀ ਕਿ ਜਿਹੜਾ ਵੀ ਅੱਜ ਤੱਕ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੋ ਗਿਆ, ਉਹਦੀ ਲਾਸ਼ ਹੀ ਬਾਹਰ ਆਉਂਦੀ ਸੀ। ਉਹ ਵੀ ਲਾਸ਼ ਵੀ ਨਹੀਂ ਸੀ ਆਉਂਦੀ, ਉੱਥੇ ਦੱਬ ਦੁੱਬ ਦਿੱਤਾ ਜਾਂਦਾ ਸੀ, ਕਦੀ ਜਿਉਂਦਾ ਵਾਪਸ ਨਹੀਂ ਸੀ ਆਉਂਦਾ ਉੱਥੋਂ। ਕੋਈ ਵੀ ਜਿਹੜਾ ਭਾਵੇਂ ਰਾਜਾ ਹੁੰਦਾ ਸੀ, ਕੋਈ ਵੀ ਹੁੰਦਾ ਸੀ, ਜਿਹੜਾ ਵੀ ਉੱਥੇ ਕੈਦ ਹੋ ਜਾਂਦਾ ਸੀ, ਉਹ ਜਿੰਦਾ ਵਾਪਸ ਨਹੀਂ ਸੀ ਆਉਂਦਾ। ਇਸ ਕਰਕੇ ਇਸ ਜਹਾਂਗੀਰ ਦਾ ਇਹ ਮਨੋਰਥ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇੱਥੇ ਕੈਦ ਕਰਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਇੱਥੇ ਹੀ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇ, ਇੱਥੇ ਹੀ ਮਾਰ ਦਿੱਤਾ ਜਾਵੇ। ਪਰ ਜਿਹੜਾ ਪੂਰਾ ਸਤਿਗੁਰੂ ਹੁੰਦਾ ਹੈ ਨਾ, ਉਹ ਆਪ ਹੀ ਜਾਣਦਾ ਹੁੰਦਾ ਕਿ ਕੀ ਕੌਤਕ ਵਰਤਾਉਣਾ ਹੈ। ਸੋ ਸਤਿਗੁਰਾਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੈਦ ਕਰ ਦਿੱਤਾ ਗਿਆ। ਸਮਾਂ ਜਿਹੜਾ ਇਤਿਹਾਸਕਾਰਾਂ ਨੇ ਵੱਖ-ਵੱਖ ਲਿਖਿਆ ਹੈ, ਕਿ 3 ਮਹੀਨੇ ਲਿਖਿਆ, ਕਈਆਂ ਨੇ 6 ਸਾਲ ਲਿਖਿਆ, ਕਈਆਂ ਨੇ 1 ਸਾਲ ਲਿਖਿਆ, 1.5 ਸਾਲ ਵੀ ਆਉਂਦਾ ਕਈਆਂ ਲਿਖਿਆ। ਕਹਿਣ ਤੋਂ ਭਾਵ ਕਿ ਸਤਿਗੁਰਾਂ ਨੂੰ ਇੱਥੇ ਕੈਦ ਕੀਤਾ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ 52 ਰਾਜੇ ਉਸ ਸਮੇਂ ਕੈਦ ਸਨ, ਜਿਹੜੇ ਪਹਾੜੀ ਰਾਜੇ, ਜਿਨ੍ਹਾਂ ਨੇ ਬਾਅਦ ਵਿੱਚ ਭੁੱਲ ਕੇ ਜਿਨ੍ਹਾਂ ਦੀਆਂ ਔਲਾਦਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਪਰ ਹਮਲਾ ਕੀਤਾ। ਚਲੋ ਮੈਂ ਇੱਧਰ ਨਾ ਜਾਵਾਂ। ਸਤਿਗੁਰਾਂ ਦੇ ਕੋਲ ਇਹ ਜਿਹੜੇ ਜਦੋਂ ਸਤਿਗੁਰੂ ਇੱਥੇ ਪਹੁੰਚੇ ਆ, ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੋਏ ਆ, ਤੇ ਇੱਥੋਂ ਦਾ ਇੱਕ ਹਰਦਾਸ ਨਾਮ ਦਾ ਦਰੋਗਾ ਸੀ। ਸਤਿਗੁਰਾਂ ਦਾ ਬੜਾ ਹੀ ਇਹ ਸਤਿਕਾਰ ਪਿਆਰ ਸਤਿਗੁਰਾਂ ਨਾਲ ਬੜਾ ਸੀ, ਤੇ ਅਰਦਾਸਾਂ ਕਰਦਾ ਸੀ, ਤੇ ਇਹ ਕਹਿੰਦਾ ਸੀ ਕਿ ਮੈਂ ਅੰਮ੍ਰਿਤਸਰ ਕਿਤੇ ਜਾਵਾਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂ। ਪਰ ਕਦੀ ਬਿੱਧ ਹੀ ਨਹੀਂ ਬਣੀ। ਬਿੱਧ ਕਿਉਂ ਨਹੀਂ ਬਣੀ? ਕਿਉਂਕਿ ਇਹਨੂੰ ਛੁੱਟੀ ਨਹੀਂ ਸੀ ਮਿਲਦੀ, ਜਹਾਂਗੀਰ ਇਹਨੂੰ ਛੁੱਟੀ ਨਹੀਂ ਸੀ ਦਿੰਦਾ ਤੇ ਜਾ ਨਹੀਂ ਸੀ ਸਕਦਾ। ਇਸੇ ਤਰ੍ਹਾਂ ਇਹ ਵਿਚਾਰਾ ਬੜੀਆਂ ਅਰਦਾਸਾਂ ਕਰਦਾ, ਮਹਾਰਾਜ ਕਿਰਪਾ ਕਰੋ ਮੈਂ ਅੰਮ੍ਰਿਤਸਰ ਦੀ ਧਰਤੀ ਤੇ ਆਵਾਂ, ਤੁਹਾਡੇ ਦਰਸ਼ਨ ਕਰਾਂ। ਪਰ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਚੱਲ ਕੇ ਗਵਾਲੀਅਰ ਦੇ ਕਿਲੇ 'ਚ ਗਏ ਆ ਨਾ, ਇਹ ਜਿਹੜਾ ਦਰੋਗਾ ਸੀ, ਹਰਦਾਸ ਦਰੋਗਾ, ਕਹਿੰਦੇ ਇਹ ਬੜਾ ਖੁਸ਼ ਹੋਇਆ, ਬੜੀਆਂ ਖੁਸ਼ੀਆਂ ਮਨਾਈਆਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮੈਂ ਤੇ ਤੁਹਾਡੇ ਅੱਗੇ ਅਰਦਾਸਾਂ ਕਰਦਿਆਂ ਮੇਰਾ ਸਮਾਂ ਲੰਘ ਗਿਆ, ਪਰ ਮਹਾਰਾਜ ਬੜੀ ਆਪ ਜੀ ਦੀ ਕਿਰਪਾ, ਤੁਸੀਂ ਮਨਾਂ ਦੀਆਂ ਜਾਣਨਹਾਰ, ਆਪ ਦਰਸ਼ਨ ਦੇਣ ਮੈਨੂੰ ਆ ਗਏ ਹੋ। ਇਹਨੇ ਨਮਸਕਾਰ ਕੀਤੀ ਹੈ ਮਹਾਰਾਜ ਨੂੰ ਝੁੱਕ ਕੇ, ਤੇ ਸਤਿਗੁਰਾਂ ਨੂੰ ਕੈਦ ਕਰ ਲਿਆ ਹੈ। ਇਸ ਦਰੋਗੇ ਦੀ ਡਿਊਟੀ ਹੈ ਸਤਿਗੁਰਾਂ ਦਾ ਧਿਆਨ ਰੱਖਣ ਦੀ। ਇਹਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਉਹ ਸਤਿਗੁਰਾਂ ਨੂੰ ਨਹੀਂ ਆਉਣ ਦਿੱਤੀ ਉੱਥੇ। ਤੇ ਬਾਕੀ ਜਿਹੜੇ 52 ਰਾਜੇ, ਉਹਨਾਂ ਤੇ ਬੜਾ ਤਸ਼ੱਦਦ ਹੋ ਰਿਹਾ, ਉਹਨਾਂ ਨੂੰ ਮਾਰਿਆ ਜਾਂਦਾ ਹੈ, ਕੁੱਟਿਆ ਜਾਂਦਾ ਹੈ। ਉੱਥੇ ਥੰਮਲੇ, ਜਦੋਂ ਤੁਸੀਂ ਕਿਤੇ ਜਾਓ ਨਾ ਗਵਾਲੀਅਰ, ਉੱਥੇ ਥੰਮਲੇ ਬਣੇ ਹੋਏ ਆ, ਥੰਮ ਬਣੇ ਹੋਏ ਆ, ਉਹਨਾਂ ਥੰਮਾਂ ਦੇ ਨਾਲ ਇਹਨਾਂ ਨੂੰ ਬੰਨਿਆ ਸੀ, ਤੇ ਇਹਨਾਂ ਨੂੰ ਉਹਨਾਂ ਦੇ ਨਾਲ ਬੰਨ੍ਹ ਕੇ ਤੇ ਇਹਨਾਂ ਨੂੰ ਬੜਾ ਕੁੱਟਿਆ ਜਾਂਦਾ ਸੀ, ਰੋਟੀ ਪਾਣੀ ਵੀ ਘੱਟ ਛਕਾਇਆ ਜਾਂਦਾ ਸੀ, ਬੜੇ ਬੁਰੇ ਹਾਲ ਸੀ ਇਹਨਾਂ ਦੇ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਅੰਦਰ ਵੜੇ ਨੇ, ਤੇ ਉਹ ਜਿਹੜੀ ਧਰਤੀ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਨ ਸੁਹਾਵਾ ਹੋ ਗਿਆ, ਜਿੱਥੇ ਇੰਨੇ ਬੁਰੇ ਹਾਲਾਤਾਂ ਦੇ ਵਿੱਚ ਇਹ ਰਹਿ ਰਹੇ ਸਨ 52 ਰਾਜੇ, ਉਹ ਵੀ ਨਿਹਾਲ ਹੋ ਕੇ ਸਤਿਗੁਰਾਂ ਦਾ ਦਰਸ਼ਨ ਕਰਕੇ ਨਮਸਕਾਰਾਂ ਕਰਦੇ ਪਏ ਆ। ਤੇ ਕਹਿੰਦੇ ਕਿ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਇੱਥੇ ਪਹੁੰਚੇ ਆ ਨਾ, ਇਹਨਾਂ ਨੂੰ ਬੜਾ ਦੁੱਖ ਸੀ, ਕਿਉਂਕਿ ਸਾਧ ਸੰਗਤ ਬੰਦਾ ਅੱਧਾ ਉਦੋਂ ਹੀ ਮਰ ਜਾਂਦਾ ਜਦੋਂ ਉਹਦੀ ਆਸਾ ਖਤਮ ਹੋ ਜਾਵੇ, ਜਦੋਂ ਆਸ ਖਤਮ ਹੋ ਜਾਵੇ ਉਦੋਂ ਮਰ ਜਾਂਦਾ। ਇਹਨਾਂ ਨੂੰ ਪਤਾ ਸੀ ਹੁਣ ਮਰ ਹੀ ਜਾਣਾ, ਨਾ ਸਾਡਾ ਜੀਵਨ ਹੈ ਨਾ ਮੌਤ ਹੈ, ਪਤਾ ਨਹੀਂ ਕਿਹੜੇ ਦਿਨ ਸਾਡੀ ਮੌਤ ਆ ਜਾਣੀ ਆ, ਤੇ ਅਸੀਂ ਇੱਦਾਂ ਹੀ ਕੋੜੇ ਖਾਂਦੇ ਹੋਏ, ਕੁੱਟ ਖਾਂਦੇ ਹੋਏ ਇੱਦਾਂ ਹੀ ਸਾਡੀ ਮੌਤ ਆ ਜਾਣੀ। ਇਸੇ ਤਰ੍ਹਾਂ ਸਮਾਂ ਬੀਤਿਆ ਹੈ। ਜਦੋਂ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਅੰਦਰ ਗਏ ਨਾ, ਤੇ ਇਹਨਾਂ ਦੇ ਅੰਦਰ ਇੱਕ ਆਸ ਭਰੀ ਕਿ ਹਾਂ ਹੁਣ ਗੁਰੂ ਹਰਗੋਬਿੰਦ ਸਾਹਿਬ ਆ ਗਏ ਆ, ਠੀਕ ਹੈ ਅਸੀਂ ਸਰੀਰਕ ਤੌਰ ਤੇ ਇੱਥੋਂ ਮਰ ਜਾਵਾਂਗੇ, ਪਰ ਅਸੀਂ ਆਤਮਿਕ ਤੌਰ ਤੇ ਨਹੀਂ ਮਰ ਸਕਦੇ ਹੁਣ। ਕਿਉਂਕਿ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਡੇ ਕੋਲ ਆ ਗਏ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਇਹਨਾਂ ਨੂੰ ਉਪਦੇਸ਼ ਦੇਣਾ ਆਰੰਭ ਕੀਤਾ, ਇਹਨਾਂ ਦੇ ਅੰਦਰ ਦੇ ਵਿਕਾਰਾਂ ਨੂੰ ਸਾੜਿਆ ਹੈ, ਇਹਨਾਂ ਦੇ ਅੰਦਰ ਇੱਕ ਆਸ ਬੰਨੀ ਹੈ, ਪਰਮੇਸ਼ਰ ਵਾਹਿਗੁਰੂ ਦੀ ਆਸ ਬੰਨੀ ਹੈ। ਸਮਾਂ ਬੀਤਿਆ ਸਾਧ ਸੰਗਤ, ਤੇ ਇੱਧਰ ਸੰਗਤਾਂ ਬੜੀਆਂ ਵਿਆਕੁਲ ਹੋਈਆਂ ਅੰਮ੍ਰਿਤਸਰ ਦੀ ਧਰਤੀ ਤੇ। ਸੰਗਤਾਂ ਆਉਂਦੀਆਂ ਅੰਮ੍ਰਿਤਸਰ ਦੀ ਧਰਤੀ ਤੇ ਇਕੱਠੀਆਂ ਹੋ ਕੇ, ਦੂਰੋਂ ਨੇੜਿਓਂ, ਜਦੋਂ ਸੰਗਤ ਆਉਂਦੀ ਆ ਕੇ ਨਮਸਕਾਰ ਕਰਦੀ ਹੈ, ਤੇ ਦੇਖਦੀ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਦਿਖਦੇ ਆ, ਬਾਬਾ ਬੁੱਢਾ ਜੀ ਅੱਗੇ ਮੱਥਾ ਟੇਕਦੇ ਆ, ਹੱਥ ਜੋੜਦੇ ਆ, ਬਾਬਾ ਬੁੱਢਾ ਜੀ ਕਿੱਥੇ ਹਨ? ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਥੇ ਹਨ?
ਅਸੀਂ ਦਰਸ਼ਨ ਕਰਨ ਆਏ ਹਾਂ। ਬੜੀਆਂ ਅਰਦਾਸਾਂ ਕਰਕੇ ਆਏ ਸੀ, ਮਹਾਰਾਜ ਸਾਨੂੰ ਦਰਸ਼ਨ ਦੇਣਗੇ। ਬਾਬਾ ਬੁੱਢਾ ਜੀ ਸਤਿਗੁਰੂ ਨਹੀਂ ਦਿਖਦੇ, ਕਿੱਥੇ ਹਨ? ਤੇ ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਤੇ ਕੈਦ ਹਨ ਇਸ ਸਮੇਂ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਹਨ, ਉੱਥੇ ਹਨ ਸਤਿਗੁਰੂ ਸੱਚੇ ਪਾਤਸ਼ਾਹ। ਤੇ ਉਸ ਸਮੇਂ ਫਿਰ ਸੰਗਤਾਂ ਬੜੀਆਂ ਵਿਆਕੁਲ ਹੁੰਦੀਆਂ, ਬਾਬਾ ਬੁੱਢਾ ਜੀ ਕੋਈ ਢੰਗ ਲੱਭੋ, ਅਸੀਂ ਦਰਸ਼ਨ ਕਰਨੇ ਮਹਾਰਾਜ ਦੇ, ਕਿਰਪਾ ਕਰੋ, ਕੋਈ ਢੰਗ ਦੱਸੋ। ਤੁਸੀਂ ਤੇ ਮਹਾਰਾਜ ਤੀਸਰੇ ਪਾਤਸ਼ਾਹ ਦੇ ਵੀ ਸਾਨੂੰ ਦਰਸ਼ਨ ਕਰਵਾਏ ਸੀ, ਸੰਨ ਮੋਹਰਾ ਲਾ ਕੇ, ਸੰਨ ਕਰਕੇ। ਤੇ ਸਾਨੂੰ ਆਪ ਜੀ ਨੇ ਦੂਸਰੇ ਪਾਤਸ਼ਾਹ ਜੀ ਦੇ ਵੀ ਦਰਸ਼ਨ ਕਰਵਾਏ ਸੀ। ਜਦੋਂ ਦੂਸਰੇ ਪਾਤਸ਼ਾਹ ਜੀ ਮਾਈ ਭਰਾਈ ਜੀ ਦੇ ਘਰ ਵਿੱਚ ਦਰਵਾਜ਼ਾ ਬੰਦ ਕਰਕੇ ਲੁਕ ਗਏ ਸੀ, ਮਹਾਰਾਜ ਆਪ ਜੀ ਨੇ ਉਹਨਾਂ ਨੂੰ ਪ੍ਰਗਟ ਕੀਤਾ ਸੀ, ਬਾਬਾ ਬੁੱਢਾ ਜੀ। ਫਿਰ ਮਹਾਰਾਜ ਜਦੋਂ ਤੀਸਰੇ ਪਾਤਸ਼ਾਹ ਜੀ ਬੈਠ ਗਏ ਸੀ ਜਾ ਕੇ ਆਪਣੇ ਨਗਰ ਬਾਸਰ ਕੇ ਵਿਖੇ, ਮਹਾਰਾਜ ਸੰਨ ਲਾ ਕੇ ਤੁਸੀਂ ਸਾਨੂੰ ਦਰਸ਼ਨ ਕਰਵਾਏ ਸੀ, ਕਿਰਪਾ ਕਰੋ ਹੁਣ ਵੀ ਸਾਡੇ ਉੱਤੇ ਮਿਹਰ ਕਰੋ, ਸਾਨੂੰ ਦਰਸ਼ਨ ਕਰਵਾਓ। ਬੜੀਆਂ ਵਿਆਕੁਲ ਸੰਗਤਾਂ, ਕਿਉਂਕਿ ਸਿੱਖ ਨੂੰ ਗੁਰੂ ਦੇ ਦਰਸ਼ਨ ਨਾ ਹੋਣ ਸਿੱਖ ਤੇ ਫਿਰ ਸਿੱਖ ਦਾ ਤੇ ਮਰਨ ਹੋ ਜਾਂਦਾ, ਹਾਲਾਤ ਬੜੇ ਮਾੜੇ ਹੋ ਜਾਂਦੇ ਸਿੱਖ ਦੇ। ਤੇ ਇਹਨਾਂ ਫਿਰ ਅਰਦਾਸਾਂ ਕੀਤੀਆਂ ਬਾਬਾ ਬੁੱਢਾ ਜੀ ਕੋਲ। ਤੇ ਫਿਰ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਨੂੰ ਨਾਲ ਲਿਆ, ਤੇ ਫਿਰ ਭਾਈ ਗੁਰਦਾਸ ਜੀ ਦੇ ਨਾਲ ਬਾਬਾ ਬੁੱਢਾ ਜੀ ਚੌਂਕੀਆਂ ਦੇ ਰੂਪ ਦੇ ਵਿੱਚ, ਚੌਂਕੀਆਂ ਦੇ ਰੂਪ ਦੇ ਵਿੱਚ ਪ੍ਰਭਾਤ ਫੇਰੀਆਂ ਜਿਹਨੂੰ ਕਿਹਾ ਜਾਂਦਾ, ਚੌਂਕੀਆਂ ਦੀ ਕੱਢਣ ਦੀ ਪਰੰਪਰਾ ਜਿਹੜੀ ਨਾ, ਉਸ ਸਮੇਂ ਫਿਰ ਬਾਬਾ ਬੁੱਢਾ ਨੇ ਆਰੰਭ ਕੀਤੀ ਹੈ ਚੌਂਕੀਆਂ ਦੀ ਪਰੰਪਰਾ। ਫਿਰ ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਵਾਲੀਅਰ ਨੂੰ ਚੱਲਦੇ ਆ। ਪ੍ਰਭਾਤ ਫੇਰੀਆਂ ਨਿਕਲਦੀਆਂ, ਸਾਰੀ ਸੰਗਤ ਜਾਂਦੀ ਆ ਉਸ ਕਿਲੇ, ਜਿਸ ਕਿਲੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਕੈਦ ਹਨ। ਉਸ ਕਿਲੇ ਦੇ ਵਿੱਚ ਨਮਸਕਾਰ ਕਰਦੇ ਹਨ, ਪਰਿਕਰਮਾ ਕਰਦੇ, ਦਹਲੀਜ਼ ਤੇ ਮੱਥਾ ਟੇਕਦੇ ਆ ਬਾਬਾ ਬੁੱਢਾ ਜੀ। ਤੇ ਉਸ ਸਮੇਂ ਫਿਰ ਹਰਦਾਸ ਕਹਿੰਦਾ ਕਿ ਬਾਬਾ ਬੁੱਢਾ ਜੀ ਤੁਸੀਂ ਕਿਲੇ ਦੇ ਦਰਵਾਜ਼ੇ ਨੂੰ ਮੱਥਾ ਟੇਕੀ ਜਾਂਦੇ, ਕੀ ਗੱਲ ਹੋ ਗਈ ਤੁਹਾਨੂੰ? ਤੇ ਉਸ ਸਮੇਂ ਫਿਰ ਬਾਬਾ ਬੁੱਢਾ ਜੀ ਕਹਿੰਦੇ ਕਿ ਹਰਦਾਸ ਅਸਲ ਦੇ ਵਿੱਚ ਮੈਂ ਕਿਲੇ ਦੇ ਦਰਵਾਜ਼ੇ ਨੂੰ ਮੱਥਾ ਨਹੀਂ ਟੇਕ ਰਿਹਾ, ਮੇਰਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹਦੇ ਅੰਦਰ ਹੈ, ਮੈਂ ਉਹਨਾਂ ਨੂੰ ਨਮਸਕਾਰਾਂ ਕਰ ਰਿਹਾ, ਜਿਹੜਾ ਇਸ ਜਿਨ੍ਹਾਂ ਦੇ ਚਰਨ ਇਸ ਦਹਲੀਜ਼ ਨੂੰ ਲੱਗ ਕੇ ਅੰਦਰ ਗਏ, ਮੈਂ ਉਹਨਾਂ ਨੂੰ ਨਮਸਕਾਰਾਂ ਕਰਦਾ। ਤੇ ਸਾਧ ਸੰਗਤ ਦੇ ਇਸੇ ਤਰ੍ਹਾਂ ਸੰਗਤਾਂ ਦਾ ਬੜਾ ਇਕੱਠ ਹੁੰਦਾ ਹੈ, ਚੌਂਕੀਆਂ ਦੇ ਰੂਪ ਦੇ ਵਿੱਚ ਪਰਿਕਰਮਾ ਕਰਦੇ ਨੇ, ਮੱਥਾ ਟੇਕਦੇ ਨੇ, ਜਸ ਗਾਉਂਦੇ ਹੋਏ ਚਲੇ ਜਾਂਦੇ ਆ। ਅੰਦਰ ਰਾਜੇ ਬੜੇ ਖੁਸ਼ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਡੇ ਕੋਲ ਨੇ, ਹੁਣ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਹੁਣ ਸਾਨੂੰ ਕੋਈ ਭੈ ਨਹੀਂ, ਮੌਤ ਸਾਡੀ ਆ ਜਾਵੇ ਪਰ ਅਸੀਂ ਅੰਦਰੋਂ ਟਿਕ ਗਏ ਆ, ਸਾਡੇ ਆਤਮਿਕ ਆਨੰਦ ਸਾਨੂੰ ਪ੍ਰਾਪਤ ਹੋ ਗਿਆ। ਇੱਧਰ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਬੜਾ ਪਿਆਰਾ ਸਿੱਖ ਹੈ ਭਾਈ ਜੇਠਾ। ਇਹ ਭਾਈ ਜੇਠਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਨ। ਗੁਰੂ ਹਰਗੋਬਿੰਦ ਸਾਹਿਬ ਪ੍ਰਸ਼ਾਦਾ ਨਹੀਂ ਸੀ ਸਕਦੇ ਇਸ ਜਹਾਂਗੀਰ ਦਾ, ਮਾਰੇ ਕਹਿੰਦੇ ਤੇਰੇ ਇਸ ਪ੍ਰਸ਼ਾਦੇ ਵਿੱਚ ਪਾਪ ਹੈ, ਅਸੀਂ ਨਹੀਂ ਛਕਣਾ। ਤੇ ਭਾਈ ਜੇਠਾ ਜੀ ਮਜ਼ਦੂਰੀ ਕਰਕੇ, ਹੋਰ ਵੀ ਸਿੱਖ ਸਨ ਇਹਨਾਂ ਦੇ ਨਾਲ, ਮਜ਼ਦੂਰੀ ਕਰਕੇ ਪੈਸੇ ਇਕੱਠੇ ਕਰਕੇ ਘਾਹ ਆਦਿ ਖੋਦ ਕੇ ਵੇਚ ਕੇ, ਤੇ ਜਿਹੜੇ ਪੈਸੇ ਹੁੰਦੇ ਸਨ ਉਹਨਾਂ ਦਾ ਪ੍ਰਸ਼ਾਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਛਕਾਉਂਦੇ। ਸਮਾਂ ਬੀਤਿਆ ਸਾਧ ਸੰਗਤ, ਇੱਧਰ ਜਹਾਂਗੀਰ ਬਾਦਸ਼ਾਹ ਦੇ ਹਾਲਾਤ ਕੀ ਸਨ? ਸਮਾਂ ਬੀਤਿਆ, ਜਹਾਂਗੀਰ ਬਾਦਸ਼ਾਹ ਨੂੰ, ਜਿਵੇਂ ਵੱਖ-ਵੱਖ ਇਤਿਹਾਸਕਾਰਾਂ ਨੇ ਲਿਖਿਆ ਕਿ ਕੁਝ ਸਿੱਖ ਜਿਹੜੇ ਸੀ ਇਹਨੂੰ ਸ਼ੇਰ ਬਣ ਕੇ ਡਰਾਉਣ ਲੱਗ ਗਏ ਸੁਪਨੇ ਦੇ ਵਿੱਚ। ਕੁਝ ਕਹਿੰਦੇ ਆ ਇਤਿਹਾਸਕਾਰ ਕਿ ਇਹਨੂੰ ਜਿਹੜਾ ਸੀ ਬਿਮਾਰੀ ਲੱਗ ਗਈ, ਇਹਨੂੰ ਬੜੇ ਬੜੇ ਰਾਤ ਚਿੰਤਾ ਦੇ ਵਿੱਚ ਗੁਜ਼ਰਿਆ ਕਰੇ, ਭਵਕ ਕੇ ਉੱਠਿਆ ਕਰੇ, ਡਰ ਲੱਗਿਆ ਕਰੇ, ਬੜੇ ਹਾਲਾਤ ਮਾੜੇ ਹੋ ਗਏ। ਇਹਦੀ ਪਤਨੀ ਲਾਗੇ ਸੋਇਆ ਕਰੇ, ਨਾ ਉਹਦੇ ਕੋਲ ਸੁੱਤਾ ਜਾਇਆ ਕਰੇ। ਉਹ ਜਿਹੜੀ ਸੀ ਇਹਦੀ ਪਤਨੀ ਨੂਰਜਹਾਂ ਸੀ ਉਹਦਾ ਨਾਮ, ਉਹ ਗੁਰੂ ਵਾਹਿਗੁਰੂ ਜਿਹੜੀ ਨੂਰਜਹਾਂ ਸੀ ਸਾਧ ਸੰਗਤ, ਉਹ ਨਾ ਸਾਈਂ ਮੀਆਂ ਮੀਰ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੜੇ ਪਿਆਰੇ ਦੋਸਤ ਵੀ ਸਨ, ਸਤਿਗੁਰਾਂ ਦੇ ਦੋਸਤ ਸਨ। ਤੇ ਉਹਨਾਂ ਦੇ ਕੋਲ ਇਹ ਜਿਹੜੀ ਨੂਰਜਹਾਂ ਸੀ, ਉਹਨਾਂ ਦੀ ਭਗਤਨੀ ਸੀ, ਉਹਨਾਂ ਨੂੰ ਯਾਦ ਕਰਦੀ ਸੀ, ਉਹਨਾਂ ਨੂੰ ਮਿਲਦੀ ਸੀ, ਉਹਨਾਂ ਦੇ ਕੋਲ ਪਰਮੇਸ਼ਰ ਦੇ ਗੁਣਗਾਨ ਸਿੱਖਦੀ ਸੀ। ਇਹਨੇ ਫਿਰ ਜਾ ਕੇ ਸਾਈਂ ਮੀਆਂ ਮੀਰ ਕੋਲ ਬੇਨਤੀ ਕੀਤੀ ਹੈ ਕਿ ਸਾਈਂ ਜੀ, ਮੇਰੇ ਪਤੀ ਨੂੰ ਜਹਾਂਗੀਰ ਨੂੰ ਰਾਤ ਨੀਂਦ ਨਹੀਂ ਆਉਂਦੀ, ਬੜਾ ਉੱਬੜ ਕੇ ਉੱਠਦਾ ਹੈ, ਪਤਾ ਨਹੀਂ ਕਿਹੜੀ ਚਿੰਤਾ ਦੇ ਵਿੱਚ ਡੁੱਬਾ ਰਹਿੰਦਾ, ਸਿਹਤ ਵੀ ਠੀਕ ਨਹੀਂ ਰਹਿੰਦੀ, ਕਿਰਪਾ ਕਰੋ ਕੋਈ ਉਹਨਾਂ ਦਾ ਉਪਾਅ ਦੱਸੋ। ਤੇ ਸਾਈਂ ਮੀਆਂ ਮੀਰ ਜੀ ਕਹਿੰਦੇ ਕਿੱਥੋਂ ਨੀਂਦ ਆਉਣੀ ਹੈ, ਚੈਨ ਤੁਹਾਡੇ ਪਰਿਵਾਰ ਨੂੰ ਕਿੱਥੋਂ ਆਵੇ, ਤੁਸੀਂ ਤੇ ਸੁੱਖਾਂ ਦੇ ਦਾਤੇ ਨੂੰ ਕੈਦ ਕੀਤਾ, ਤੁਹਾਨੂੰ ਕਿੱਥੋਂ ਚੈਨ ਆਉਣਾ? ਤੁਸੀਂ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕੈਦ ਵਿੱਚ ਪਾਇਆ ਤੁਹਾਡੇ ਪਤੀ ਨੇ, ਤਾਂ ਕਰਕੇ ਉਹਨੂੰ ਚੈਨ ਨਹੀਂ ਆਉਂਦਾ, ਜੇ ਉਹਨੂੰ ਕੈਦ ਚੋਂ ਕੱਢੋਗੇ ਤੇ ਫਿਰ ਸੁੱਖ ਆਉਣਾ ਹੈ। ਸਾਈਂ ਮੀਆਂ ਮੀਰ ਜੀ ਬੜੇ ਪਹੁੰਚੇ ਹੋਏ ਫਕੀਰ ਸਨ, ਸਾਰੇ ਮੁਸਲਮਾਨ ਉਹਨਾਂ ਦੀ ਗੱਲ ਮੰਨਦੇ ਸੀ। ਨੂਰਜਹਾਂ ਨੇ ਆ ਕੇ ਆਪਣੇ ਪਤੀ ਨੂੰ, ਜਹਾਂਗੀਰ ਨੂੰ ਗੱਲ ਦੱਸੀ ਹੈ ਕਿ ਜਹਾਂਗੀਰ ਨੂੰ ਕਿ ਪਤੀ ਜੀ ਅਸਲ 'ਚ ਤੁਹਾਡੀ ਹਾਲਤ ਤਾਂ ਕਰਕੇ ਹੈ, ਤੁਹਾਨੂੰ ਡਰ ਲੱਗਦਾ ਹੈ, ਤੁਹਾਡੇ ਹਾਲਾਤ ਮਾੜੇ,
ਇਹ ਸਾਰਾ ਕੁਝ ਤਾਂ ਕਰਕੇ ਹੈ ਕਿਉਂਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਵਿੱਚ ਪਾਇਆ ਹੈ, ਤੇ ਕਿਰਪਾ ਕਰੋ ਉਹਨਾਂ ਨੂੰ ਕੈਦ ਤੋਂ ਜਿਹੜੀ ਬੰਦ ਖਲਾਸੀ ਦਿਓ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸੰਬੰਧ ਦੇ ਵਿੱਚ ਇਹਦੇ ਇੱਕ ਹੁਕਮਨਾਮਾ ਜਾਰੀ ਕੀਤਾ ਹੈ ਜਹਾਂਗੀਰ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਹੈ ਉਹ ਕੈਦ ਤੋਂ ਰਿਹਾ ਕਰ ਦਿੱਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਕੈਦ ਤੋਂ ਰਿਹਾ ਕਰਨਾ ਸੀ, ਫਿਰ ਜਦੋਂ ਹੁਕਮਨਾਮਾ ਸਤਿਗੁਰਾਂ ਨੂੰ ਸੁਣਾਇਆ ਗਿਆ ਕਿ ਤੁਹਾਨੂੰ ਕੈਦ ਵਿੱਚੋਂ ਰਿਹਾ ਕਰ ਦਿੱਤਾ ਜਾਵੇਗਾ, ਤੇ ਸਤਿਗੁਰਾਂ ਨੇ ਫਿਰ ਕਿਹਾ ਕਿ ਨਹੀਂ, ਮੈਂ ਇਕੱਲਾ ਕੈਦ ਤੋਂ ਰਿਹਾ ਹੋ ਕੇ ਨਹੀਂ ਜਾਵਾਂਗਾ। ਕਿਉਂ ਸਤਿਗੁਰੂ, ਤੁਸੀਂ ਕਿਉਂ ਨਹੀਂ ਜਾਓਗੇ? ਤੁਹਾਡਾ ਨਹੀਂ ਚਿੱਤ ਕਰਦਾ ਸੰਗਤਾਂ ਨੂੰ ਮਿਲਣ ਵਾਸਤੇ? ਮਾਰੇ ਕਹਿੰਦੇ ਆ ਜਿਹੜੇ ਦੀਨ ਆ ਜਿਹੜੇ ਦਰਦ ਦੇ ਨਾਲ ਕਰਲਾਉਂਦੇ ਪਏ ਆ ਅੰਦਰ 52 ਜਾਣੇ, ਮੈਂ ਇਹਨਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ? ਇਹਨਾਂ ਨੂੰ ਛੱਡ ਕੇ ਕਿਵੇਂ ਜਾ ਸਕਦਾ ਜਿਹੜੇ ਇੰਨੇ ਮਾੜੇ ਪੱਧਰ ਦਾ ਜੀਵਨ ਜਿਉ ਰਹੇ ਆ, ਇੰਨੀ ਮਾੜੀ ਹਾਲਤ ਹੈ ਜਿਨ੍ਹਾਂ ਦੀ, ਮੈਂ ਇਹਨਾਂ ਨੂੰ ਕਿਵੇਂ ਛੱਡ ਕੇ ਜਾ ਸਕਦਾ ਹਾਂ? ਕਿਉਂਕਿ ਸਤਿਗੁਰੂ ਹੁੰਦਾ ਹੀ ਉਹ ਹੈ ਜਿਹੜਾ ਪਰਉਪਕਾਰੀ ਹੋਵੇ, ਕਿਉਂਕਿ ਸਤਿਗੁਰੂ ਪਰਉਪਕਾਰੀ ਹਨ। ਪਰਉਪਕਾਰੀ ਜੀਵਨ ਸਤਿਗੁਰਾਂ ਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੁਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਯੋਧੇ ਹਨ, ਸੂਰਬੀਰ ਹਨ, ਉੱਥੇ ਪਰਉਪਕਾਰੀ ਵੀ ਹਨ। ਸਤਿਗੁਰਾਂ ਦੇ ਮਨ 'ਚ ਪਰਉਪਕਾਰ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਤੇ ਸਤਿਗੁਰਾਂ ਨੇ ਕਹਿ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਂ ਇਕੱਲਾ ਨਹੀਂ ਜਾਵਾਂਗਾ, ਮੈਂ ਇਕੱਲਾ ਇਸ ਬੰਦੀਖਾਨੇ ਨੂੰ ਛੱਡ ਕੇ ਨਹੀਂ ਜਾਵਾਂਗਾ, ਜੇ ਇਹ 52 ਰਾਜੇ ਮੇਰੇ ਨਾਲ ਰਿਹਾ ਹੋਣ ਤੇ ਮੈਂ ਜਾਵਾਂਗਾ। ਇਹ ਗੱਲ ਜਹਾਂਗੀਰ ਨੂੰ ਦੱਸੀ ਗਈ। ਜਹਾਂਗੀਰ ਬੜਾ ਸੋਚਦਾ, ਕਹਿੰਦਾ ਹੁਣ ਕੀ ਕੀਤਾ ਜਾਵੇ। ਤੇ ਸਾਧ ਸੰਗਤ ਦੀ ਗੱਲ ਮੰਨੀ ਜਾਂਦੀ ਸੀ ਕਿ ਜਿਹੜੇ ਰਾਜਪੂਤ ਰਾਜੇ ਸਾਨੂੰ ਕਿਸੇ ਦਾ ਪੱਲਾ ਨਹੀਂ ਸੀ ਪੜਦੇ। ਫਿਰ ਦੂਸਰੀ ਗੱਲ ਜਹਾਂਗੀਰ ਨੇ ਵੀ ਇਹ ਗੱਲ ਸੋਚੀ ਕਿ ਚਲੋ ਇੰਝ ਕਰਦੇ ਹਾਂ ਕਿ ਇਹਨਾਂ ਨੂੰ ਕਹਿੰਦੇ ਆ ਵੀ ਜਿਹੜੇ ਤੁਹਾਡੇ ਪੱਲੇ ਦੇ ਨਾਲ ਤੁਹਾਡਾ ਪੱਲਾ ਫੜ ਕੇ ਚਲੇ ਗਏ, ਜਿਹੜਾ ਤੁਹਾਡਾ ਪੱਲਾ ਫੜ ਕੇ ਇੱਥੋਂ ਚਲਾ ਗਿਆ, ਉਹਨੂੰ ਮੈਂ ਰਿਹਾ ਕਰ ਦੇਵਾਂਗਾ। ਇਹੋ ਗੱਲ ਕੀਤੀ ਸਤਿਗੁਰਾਂ ਨਾਲ। ਪਰ ਕੀ ਪਤਾ ਹੈ ਜਹਾਂਗੀਰ ਨੂੰ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾ ਹੀ ਇੰਨਾ ਵੱਡਾ ਬਣਾਇਆ ਕਿ ਜਿਹਦੇ ਨਾਲ ਭਾਵੇਂ ਸਾਰਾ ਸੰਸਾਰ ਹੀ ਲੱਗ ਕੇ ਤਰ ਜਾਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਫਿਰ ਚੋਲਾ ਸਮਾਇਆ। ਉਹ ਚੋਲਾ ਪਹਿਨਿਆ ਸਤਿਗੁਰੂ ਬੰਦੀ ਛੋੜ ਦਾਤਾ ਨੇ, ਚੋਲਾ ਪਹਿਨਿਆ ਸਤਿਗੁਰਾਂ ਨੇ ਅਖੀਰਲਾ ਦੇਣਾ ਜਦੋਂ ਸਤਿਗੁਰਾਂ ਨੇ ਰਿਹਾ ਹੋਣਾ ਹੈ। ਚੋਲਾ ਪਹਿਨਿਆ ਸਤਿਗੁਰਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ। ਸਤਿਗੁਰਾਂ ਨੇ ਤੀਰ ਕਮਾਨ ਆਪਣੇ ਮੋਢੇ ਤੇ ਪਾਇਆ ਹੈ, ਸੁਨਹਿਰੀ ਤਲਵਾਰ ਸਤਿਗੁਰਾਂ ਨੇ ਕਿਰਪਾਨ ਆਪਣੇ ਕਮਰ ਕੱਸੇ ਰੱਖੀ ਹੈ, ਤੇ ਕਮਰ ਕੱਸਾ ਲਾਇਆ ਸਤਿਗੁਰਾਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਨਿਕਲ ਲੱਗੇ ਆ ਤੇ ਰਾਜਿਆਂ ਨੂੰ ਪਤਾ ਲੱਗਾ, 52 ਰਾਜਿਆਂ ਨੇ ਕਿ ਸਤਿਗੁਰੂ ਚੱਲੇ ਆ, ਭੱਜੇ ਆਏ ਆ ਕਿ ਇੱਕ ਦੂਜੇ ਤੋਂ ਪਿੱਛੇ ਨਾ ਰਹਿ ਜਾਈਏ। ਹਰ ਇੱਕ ਨੇ ਆ ਕੇ ਕੱਲੀ ਕੱਲੀ ਕਣੀ ਜਿਹੜੀ ਸੀ ਸਤਿਗੁਰਾਂ ਦੇ ਚੋਲੇ ਦੀ ਫੜ ਲਈ ਆ, ਸਤਿਗੁਰਾਂ ਦਾ ਪੱਲਾ ਫੜਿਆ ਹੈ, ਸਤਿਗੁਰਾਂ ਦਾ ਜਿਹੜਾ ਹੈ ਉਹ ਚੋਲੇ ਦੀਆਂ ਕੰਨੀਆਂ ਫੜ ਕੇ ਫਿਰ ਇਹ 52 ਦੇ 52 ਰਾਜੇ ਸਤਿਗੁਰਾਂ ਦੇ ਨਾਲ ਰਿਹਾ ਹੋਏ। ਤੇ ਜਦੋਂ ਰਿਹਾ ਹੋਏ, ਸਭ ਤੋਂ ਪਹਿਲਾਂ ਸਤਿਗੁਰੂ ਹਰਦਾਸ ਦੇ ਘਰ ਗਏ ਆ। ਜਿਹੜਾ ਦਰੋਗਾ ਹਰਦਾਸ ਸੀ ਨਾ, ਜਿਹਦੀ ਨਿਗਰਾਨੀ ਦੇ ਵਿੱਚ ਸਤਿਗੁਰਾਂ ਨੂੰ ਰੱਖਿਆ ਗਿਆ ਸੀ, ਇਹ ਸਤਿਗੁਰਾਂ ਦਾ ਬੜਾ ਪਿਆਰਾ ਸਿੱਖ ਸੀ। ਸਤਿਗੁਰੂ ਪਹਿਲਾਂ ਇਹਦੇ ਘਰ ਗਏ ਆ। ਇਹਨੇ ਫਿਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਪਰਿਵਾਰ ਨੇ ਸੇਵਾ ਕੀਤੀ। ਉਸ ਸਮੇਂ ਜਿਹੜਾ ਲਕਬ, ਜਿਹੜਾ ਸ਼ਬਦ ਸਤਿਗੁਰਾਂ ਦੇ ਨਾਲ ਬੰਦੀ ਛੋੜ ਦਾਤਾ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਨਾ, ਉਹ ਸਭ ਤੋਂ ਪਹਿਲਾਂ ਹਰਦਾਸ ਨੇ ਨਾਲ ਲਾਇਆ। ਸਤਿਗੁਰਾਂ ਦੇ ਨਾਲ ਨਾਮ ਦੇ ਨਾਲ ਸ਼ਬਦ ਬੰਦੀ ਛੋੜ ਦਾਤਾ ਸਭ ਤੋਂ ਪਹਿਲਾਂ ਹਰਦਾਸ ਨੇ ਕਿਹਾ ਸੀ ਕਿ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਜੀ ਬੰਦੀ ਛੋੜ ਦਾਤਾ ਹੋ। ਫਿਰ ਸਤਿਗੁਰਾਂ ਨੂੰ ਜਦ ਬੰਦੀ ਛੋੜ ਦਾਤਾ ਕਹਿਣ ਲੱਗ ਪਏ, ਫਿਰ ਸਤਿਗੁਰੂ ਜੀ ਉੱਥੋਂ ਚੱਲ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਆ। ਫਿਰ ਇਹ ਰਾਜੇ ਵੀ ਆਪਣੇ ਘਰਾਂ ਨੂੰ ਜਾਂਦੇ, ਖੁਸ਼ੀਆਂ ਮਨਾਉਂਦੇ ਆ। ਜਿੱਥੇ ਜਿੱਥੇ ਇਹਨਾਂ ਦੇ ਘਰ, ਉੱਥੇ ਜਾ ਕੇ ਫਿਰ ਦੀਪਮਾਲਾ ਹੁੰਦੀ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਆ, ਸਿੱਖਾਂ ਨੂੰ ਪਤਾ ਲੱਗਦਾ, ਬੜਾ ਹਜੂਮ, ਬੜਾ ਇਕੱਠ ਹੁੰਦਾ ਅੰਮ੍ਰਿਤਸਰ ਦੀ ਧਰਤੀ ਤੇ। ਸਿੱਖ ਬੜੇ ਉਤਸ਼ਾਹ ਦੇ ਨਾਲ ਆਣ ਕੇ ਇੱਥੇ ਫਿਰ ਦੀਪਮਾਲਾ ਕਰਦੇ ਆ, ਬੜਾ ਸਤਿਗੁਰਾਂ ਦਾ ਚਾਅ ਕਰਦੇ ਆ, ਬੜੀ ਖੁਸ਼ੀਆਂ ਮਨਾਉਂਦੇ ਆ। ਫਿਰ ਉਸ ਦਿਨ ਨੂੰ ਫਿਰ ਸਿੱਖ ਧਰਮ ਦੇ ਅੰਦਰ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਦੇ ਨਾਲ ਮਨਾਇਆ ਜਾਣ ਲੱਗਾ। ਸੋ ਸਾਧ ਸੰਗਤ ਤੇ ਭੁਲੇਖਾ ਵੀ ਇੱਕ ਪਾਇਆ ਜਾਂਦਾ, ਮੈਂ ਉਹ ਵੀ ਕਲੀਅਰ ਕਰ ਜਾਵਾਂ। ਕੁਝ ਇਤਿਹਾਸਕਾਰਾਂ ਨੇ ਫਰਵਰੀ ਦਾ ਮਹੀਨਾ ਲਿਖਿਆ ਸਤਿਗੁਰਾਂ ਦਾ ਰਿਹਾ ਹੋਣ ਦਾ, ਤੇ ਪਰ ਜ਼ਿਆਦਾਤਰ ਜਿਹੜਾ ਹੈ ਨਾ ਆਪਾਂ ਮਨਾਉਂਦੇ ਹਾਂ ਦੀਵਾਲੀ ਦੇ ਉੱਤੇ। ਤੇ ਉਹ ਕੁਝ ਕਹਿੰਦੇ ਆ ਵੀ ਤੁਸੀਂ ਦੀਵਾਲੀ ਮਨਾਉਂਦੇ, ਸਿੱਖਾਂ ਨੇ ਬਹਾਨਾ ਲੱਭ ਲਿਆ ਦੀਵਾਲੀ ਮਨਾਉਣ ਦਾ। ਅਸਲ 'ਚ ਸਾਧ ਸੰਗਤ ਸਿੱਖ ਦਾ ਤਿਉਹਾਰ ਹੀ ਉਹ ਹੈ ਜਿਹੜਾ ਗੁਰੂ ਦੇ ਨਾਲ ਮਨਾਇਆ ਜਾਵੇ। ਸਿੱਖ ਦਾ ਤਿਉਹਾਰ ਉਹ ਹੈ ਜਿਹੜਾ ਗੁਰੂ ਦੇ ਨਾਲ ਮਨਾਇਆ ਜਾਵੇ। ਤੇ ਜੇ ਸਿੱਖ ਗੁਰੂ ਦੇ ਨਾਲ, ਗੁਰੂ ਨੂੰ ਯਾਦ ਕਰਦੇ ਆ ਦੀਵਾਲੀ ਦੇ ਉੱਤੇ, ਤੇ ਕੀ ਮਾੜੀ ਗੱਲ ਹੈ? ਮਾੜੀ ਗੱਲ ਤੇ ਨਹੀਂ ਨਾ ਕੋਈ। ਸਗੋਂ ਸਤਿਗੁਰਾਂ ਦਾ ਗੁਣ ਗਾਨ ਕਰਦੇ ਆ, ਮੁਕਤੀ ਦਾਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਆ, ਆਪਾਂ ਅਰਦਾਸ ਕਰਦੇ ਆ
जिथे लक्ष्मी की पूजा सारे लोग करते हो, तो असी गुरु हरगोबिंद साहब के चरणों च अरदास करते कि महाराज जिथे आप जी ने 52 राजियां के दुख कट्टे आ, 52 राजियां ने रिहा किया, असी विकारां च फसे हैं महाराज, माया की बाह सानू भी लगी आ, साडे भी बड़े बुरे हालत है, कृपा करो सानू भी बख्श दो। अरदासा करते हैं ना असी, तो जे सिख दिवाली वाले दिन अपने गुरु के अगे झुक के अरदास करे, तो जे गुरु की याद के 4 दीवे अपने घर च जगा लवे, की माड़ी गल है? कोई माड़ी गल नहीं ना। रोशनी का त्यौहार है, सारा संसार मनाउंदा है, सारा भारत वर्ष मनाउंदा है। जे सिख इस दिन को अपने गुरु नाल जोड़ के ते याद कर लैन अपने गुरु नूं, ते की माड़ी गल है? गुरु याद आउंदा है, किन्नी भावना बजदी है साडी जदों असीं जाणदे हां कि असीं विकारां च खुभे होए हां, सानू माया व्यापदी, दिन रात पाप करदे असीं करदे हां ना पाप, अपने मनां च झाक के वेखीए रोज़ पाप करदे हां, पता नहीं किन्ने क पाप असीं अणजाणे अणजाणे च कर जांदे हां, पता नहीं किन्ने क पाप असीं रोज़ करदे हां, कुछ जाणदे हुंदे हां, कुछ नहीं जाणदे हुंदे। पर जदों असीं वेखने हां कि सतगुर बंदी छोड़ है, जदों असीं गाउने आ ना सतगुर बंदी छोड़ है, जीवन मुक्त करे अलीना, सतगुरु ते बंधनां तो मुक्त करन बारे फिर अंदर भावना बनदी है। फिर असीं कहने जौ पे हम ना पाप करंता आहे अनंता, पतित पावन नाम कैसे हुंदा। धन गुरु हरगोबिंद साहब महाराज, जे असीं पाप ही ना करदे, तुहानूं मुक्ति दाता किन्ने कहना सी? महाराज तुसीं मुक्ति दे दाते हो, साडे पापां नूं कट्टण वाले तुसीं हो। इसे करके जे सिख दिवाली वाले दिन अपने दाता गुरु हरगोबिंद साहब नूं याद कर लेंदे ने, ते इहदे विच माड़ी किहड़ी गल है? कोई माड़ी गल थोड़ी है। गुरु हरगोबिंद साहब नूं असीं याद करदे हां, सतगुरु गुरु हरगोबिंद साहब सच्चे पातशाह सारिआं दे बंधन कट्टण वाले हन, सारिआं दे उत्ते रहमत करन वाले हन। सतगुरु बड़ा महान है, क्योंकि साध संगत विकारां दे विच डुੱਬੇ होए हां असीं, सानूं नहीं पता लगदा, ते साडा वस भी नहीं चलदा। सही गल है, क्योंकि असीं पापां दे विच इन्ना गरसे, साडा वस भी नहीं चलदा। समां कलयुग दा है, पर जदों असीं दोवें हत्थ जोड़ के अरदास करदे हां ना इन्हां दिनां दे विच, खास करके त्योहारां दे दिनां दे विच, खास करके जदों सतगुरां दा गुरपुरब हुंदा है, जदों सतगुरू दा गुरता गद्दी हुंदा है, जदों सतगुरां दा मीरी पीरी दिवस हुंदा है, जदों सतगुरां दा जोती जोत पुरब हुंदा है, जदों इन्हां गुरपुरबां दे उत्ते अरदास करदे हां ना, उदों सतगुरू नेड़े हो के सुणदा। इस करके ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਾਂ ਸਾਰੇ ਯਾਦ ਕਰੀਏ, ਹੱਥ ਜੋੜ ਕੇ ਕਹੀਏ ਮਹਾਰਾਜ ਸਾਡੇ ਅੰਦਰ ਵੀ ਬੜੇ ਵਿਕਾਰ ਆ, ਹਨੇਰਾ ਹੈ ਸਾਡੇ ਅੰਦਰ, ਕਿਰਪਾ ਕਰੋ ਇੱਕ ਦੀਵਾ ਜਿੱਥੇ ਅਸੀਂ ਆਪਣੇ ਘਰ 'ਚ ਜਗਾਉਣਾ ਹੈ, ਇੱਕ ਦੀਵਾ ਮਹਾਰਾਜ ਨਾਮ ਦਾ, ਇੱਕ ਦੀਵਾ ਆਪਣੇ ਗਿਆਨ ਦਾ, ਇੱਕ ਦੀਵਾ ਆਪਣੇ ਨਾਮ ਦਾ ਸਾਡੇ ਅੰਦਰ ਵੀ ਬਾਲ ਦਿਓ, ਸਾਡੇ ਅੰਦਰਲਾ ਜਿਹੜਾ ਅਗਿਆਨ ਉਹ ਵੀ ਨਾਸ਼ ਹੋ ਜਾਵੇ, ਅਸੀਂ ਵੀ ਤੁਹਾਨੂੰ ਸਿਮਰ ਸਕੀਏ, ਯਾਦ ਕਰ ਸਕੀਏ ਮਹਾਰਾਜ, ਸਾਡੇ ਅੰਦਰ ਵੀ ਉਹ ਗਿਆਨ ਦਾ ਚਾਨਣ ਆ ਜੇ, ਅਸੀਂ ਵੀ ਤੁਹਾਨੂੰ ਸਿਮਰ ਕੇ ਆਪਣਾ ਪਾਰ ਉਤਾਰਾ ਕਰ ਸਕੀਏ। ਮਹਾਰਾਜ ਤੁਸੀਂ ਤੇ ਸਦਾ ਬਖਸ਼ਣਹਾਰ ਹੋ, ਤੁਸੀਂ ਤੇ ਉਹਨਾਂ 52 ਰਾਜਿਆਂ ਨੂੰ ਨਹੀਂ ਵੇਖਿਆ ਕਿ ਉਹਨਾਂ ਦਾ ਜੀਵਨ ਕੀ ਹੈ, ਮਹਾਰਾਜ ਸਾਡੇ ਜੀਵਨ ਦਾ ਕੀ ਵਿਚਾਰ ਕਰੋ ਤੁਸੀਂ, ਮਹਾਰਾਜ ਸਾਡੇ ਜੀਵਨ ਦੀ ਵਿਚਾਰ ਨਾ ਕਰੋ, ਮਹਾਰਾਜ ਆਪ ਜੀ ਦੇ ਸਦਾ ਹੀ ਸਾਨੂੰ ਮੁਕਤੀਆਂ ਦੇਣ ਵਾਲੇ ਹੋ, ਦਾਤਾਂ ਬਖਸ਼ਣ ਵਾਲੇ ਹੋ। ਇਸ ਤਰ੍ਹਾਂ ਦੋਵੇਂ ਹੱਥ ਜੋੜ ਕਰਕੇ ਆਪਾਂ ਅੱਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਅਰਦਾਸਾਂ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਜੀ ਬਖਸ਼ਣਹਾਰ ਹੋ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਤੁਸੀਂ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਹੋ, ਕਿਰਪਾ ਕਰੋ ਸਾਡੇ ਵਿਕਾਰਾਂ ਨੂੰ ਕੱਟੋ, ਸਾਡੇ ਪਾਪਾਂ ਨੂੰ ਨਾਸ਼ ਕਰੋ, ਸਾਡੇ ਅੰਦਰ ਗਿਆਨ ਦਾ ਦੀਪਕ ਜਲੇ, ਜਿੱਥੇ ਅਸੀਂ ਬਾਹਰੀ ਖੁਸ਼ੀਆਂ ਮਨਾਈਏ ਉਸੇ ਅਸੀਂ ਅੰਦਰਲੀਆਂ ਖੁਸ਼ੀਆਂ ਵੀ ਮਨਾਈਏ, ਜਿੱਥੇ ਅਸੀਂ ਬਾਹਰੀ ਸੰਸਾਰ ਦੇ ਵਿੱਚ ਪਰਿਵਾਰ ਦੇ ਨਾਲ ਖੁਸ਼ੀਆਂ ਮਨਾਉਂਦੇ ਹਾਂ, ਉੱਥੇ ਅਸੀਂ ਅੰਦਰ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ ਅੰਦਰੋਂ ਵਿਕਾਰਾਂ ਨੂੰ ਕੱਢੀਏ, ਕਿ ਆਪਣੇ ਅੰਦਰ ਚਾਨਣ ਦਾ ਦੀਵਾ ਜਗਾ ਕੇ, ਗੁਰੂ ਦੇ ਨਾਮ ਦਾ ਦੀਵਾ ਜਗਾ ਕੇ ਆਪਣੀ ਮੁਕਤੀ ਕਰੀਏ। ਸੋ ਸਾਧ ਸੰਗਤ ਤੇ ਬੰਦੀ ਛੋੜ ਦਿਵਸ ਜਿਹੜਾ ਬੜੇ ਵੱਡੇ ਪੱਧਰ ਤੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ, ਉਹ ਸਾਰੀਆਂ ਸੰਗਤਾਂ ਮਨਾਉਂਦੀਆਂ, ਤੇ ਸਾਨੂੰ ਵੀ ਚਾਹੀਦਾ ਕਿ ਅਸੀਂ ਵੀ ਆਪਣੇ ਗੁਰੂ ਨੂੰ ਯਾਦ ਕਰੀਏ, ਕਿਉਂਕਿ ਜਿਹੜਾ ਤਿਉਹਾਰ ਗੁਰੂ ਨਾਲ ਮਨਾਇਆ ਜਾਵੇ ਨਾ, ਜਿਹੜੀ ਤਿੱਥ, ਜਿਹੜਾ ਵਾਰ, ਜਿਹੜਾ ਦਿਨ ਗੁਰੂ ਦੇ ਨਾਲ ਮਨਾਇਆ ਜਾਵੇ, ਸਫਲ ਉਹੀ ਹੈ। ਦੂਸਰੇ ਦਿਨ ਤੇ ਬਸ ਐਵੇਂ ਘਾਟੇ ਵਾਲਾ ਸੌਦਾ ਹੈ, ਪਰ ਜਿਹੜਾ ਦਿਨ ਅਸੀਂ ਗੁਰੂ ਦੇ ਨਾਲ, ਗੁਰੂ ਦੀ ਯਾਦ ਵਿੱਚ ਜਿਹੜਾ ਦਿਨ ਲੰਘ ਗਿਆ, ਉਹੀ ਦਿਨ ਪਵਿੱਤਰ। ਇਸ ਕਰਕੇ ਜੇ ਅੱਜ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਨਾ ਹੈ ਨਾ, ਤੇ ਸਾਰੇ ਦਿਨਾਂ ਦੇ ਅੰਦਰ ਵੀ ਯਾਦ ਰੱਖਿਆ ਕਰੀਏ, ਨਾਮ ਬਾਣੀ ਦੇ ਨਾਲ ਜੁੜਿਆ ਕਰੀਏ, ਸਿਮਰਨ ਦੇ ਨਾਲ ਜੁੜਿਆ ਕਰੀਏ, ਬੰਦਗੀ ਦੇ ਨਾਲ ਜੁੜਿਆ ਕਰੀਏ, ਤਾਂ ਕਿ ਸਾਡੀ ਬੰਦ ਕਲਾਸੀ ਹੋ ਸਕੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਮਾਂ ਵੀ ਕਰੀਬ ਹੋ ਚੁੱਕਾ ਹੈ। ਸੋ ਆਪ ਜਿੰਨੀ ਵੀ ਸੰਗਤ ਜੁੜੀ ਹੈ, ਸਭ ਸੰਗਤ ਦਾ ਧੰਨਵਾਦ। ਵਿਚਾਰਾ ਕਰਦਾ ਹੋਈਆਂ ਬਿਰਧ ਭੁੱਲਾਂ ਚੁੱਕਾਂ ਦੀ ਕਿਮਾ, ਇਤਿਹਾਸ ਬਹੁਤ ਲੰਬੇਰਾ ਹੈ, ਹੋਰ ਵੀ ਬੜਾ ਲੰਬੇਰਾ ਹੈ, ਕਿਵੇਂ ਕਿਵੇਂ ਸਤਿਗੁਰੂ ਜੀ ਉੱਥੇ ਵਿਚਰੇ ਹਨ। ਸੋ ਉਹ ਸਾਧ ਸੰਗਤ ਸ਼ਾਮ ਨੂੰ ਵੀ ਇਤਿਹਾਸ ਦੀ ਵਿਚਾਰ ਜਿਹੜੀ ਹੈ ਗੁਰਦੁਆਰਾ ਨਾਨਕਵਾੜੀ ਵਿਖੇ ਵੀ ਇਹੀ ਚੱਲਣੀ ਹੈ। ਕੁਝ ਆਪਾਂ ਕੁਝ ਸਮਾਂ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਤੇ ਵਿਚਾਰਨਾ ਹੈ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਹੋਈਆਂ ਬਿਰਧ ਭੁੱਲਾਂ ਚੁੱਕਾਂ ਦੀ ਕਿਮਾ, ਸਤਿਗੁਰੂ ਬਖਸ਼ਣਹਾਰ ਹਨ, ਬਖਸ਼ ਲੈਣਾ, ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਹੋਈਆਂ ਭੁੱਲਾਂ ਚੁੱਕਾਂ ਦੀ ਕਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।